ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਵਿਕਰਮਜੀਤ ਸਿੰਘ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਇਸ ਪੋਡਕਾਸਟ ਦੇ ਵਿੱਚ। ਪਹਿਲੀ ਗੱਲ ਤੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਤੁਸੀਂ ਸਾਡੇ ਪਹਿਲੇ ਪੋਡਕਾਸਟ ਨੂੰ ਇੰਨਾ ਪਿਆਰ ਦਿੱਤਾ। ਸੋ ਅੱਜ ਅਸੀਂ ਕੜੀ ਦੇ ਵਿੱਚ ਜੋੜਦੇ ਹੋਏ ਅਸੀਂ ਅੱਜ ਦੂਸਰਾ ਪੋਡਕਾਸਟ ਲੈ ਕੇ ਆਏ ਹਾਂ। ਸੋ ਸਾਡੇ ਦੂਸਰੇ ਪੋਡਕਾਸਟ ਦਾ ਵਿਸ਼ਾ ਰਹੇਗਾ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਜੋੜਾ ਘਰ ਦੀ ਕੰਸਟਰਕਸ਼ਨ ਦੇ ਟਾਈਮ ਤੇ ਜਿਹੜੀਆਂ ਜ਼ਮੀਨ ਦੇ ਅੰਦਰ ਇਮਾਰਤਾਂ ਮਿਲੀਆਂ ਨੇ ਉਹਨਾਂ ਦਾ ਇਤਿਹਾਸ ਕੀ ਆ ਤੇ ਪ੍ਰੈਜ਼ੈਂਟ ਟਾਈਮ 'ਚ ਉਹਦੇ ਕੀ ਇਸ਼ੂਜ਼ ਚੱਲ ਰਹੇ ਨੇ ਤੇ ਫਿਊਚਰ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਇਹਨਾਂ ਇਮਾਰਤਾਂ ਦੇ ਨਾਲ। ਸੋ ਅਸੀਂ ਨਾਲ ਦੇ ਨਾਲ ਦੇਖਾਂਗੇ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਵੀ ਗੱਲ ਕੀਤੀ ਜਾ ਰਹੀ ਹੈ ਤੇ ਦੇਖਾਂਗੇ ਕਿ ਉਹਨਾਂ ਦਾ ਕੀ ਰੋਲ ਹੋ ਸਕਦਾ ਹੈ ਇਸ ਦੇ ਵਿੱਚ। ਸੋ ਇਸ ਟੌਪਿਕ ਨੂੰ ਡਿਸਕਸ ਕਰਨ ਲਈ ਸਾਡੇ ਨਾਲ ਅੱਜ ਇੱਕ ਖਾਸ ਮਹਿਮਾਨ ਜੁੜੇ ਨੇ। ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਨਾਮ ਹੈ ਮਹਿਕਦੀਪ ਸਿੰਘ ਜੀ। ਸੋ ਮੇਰਾ ਮੇਨ ਕਾਰਨ ਸੀ ਮਹਿਕਦੀਪ ਸਿੰਘ ਨੂੰ ਸਾਡੇ ਇਸ ਪੋਡਕਾਸਟ ਦੇ ਡਿਸਕਸ਼ਨ ਦੇ ਵਿੱਚ ਲਿਆਉਣ ਦਾ ਕਿ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਦੀ, ਸਿੱਖ ਇਤਿਹਾਸ ਦੀ ਕਾਫੀ ਨੌਲੇਜ ਹੈ। ਸੋ ਸਾਨੂੰ ਇਸ ਡਿਸਕਸ਼ਨ ਨੂੰ ਹੈਲਥੀ ਬਣਾਉਣ ਲਈ ਇਹੋ ਜਿਹੇ ਹੀ ਆਦਮੀਆਂ ਦੀ ਹੋਰ ਜ਼ਰੂਰਤ ਹੈ। ਸੋ ਮੈਂ ਵੈਲਕਮ ਕਰਦਾ ਹਾਂ ਮਹਿਕਦੀਪ ਸਿੰਘ ਜੀ ਉਹਨਾਂ ਦਾ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਖਾਸ ਧੰਨਵਾਦ ਮੈਂ ਵਿਕਰਮਜੀਤ ਭਾਜੀ ਦਾ ਕਰਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਇਸ ਪੋਡਕਾਸਟ ਦੇ ਵਿੱਚ ਜੁੜਨ ਦਾ। ਤੇ ਮੈਂ ਆਪਣੇ ਆਪ ਨੂੰ ਵਡਭਾਗਾ ਵੀ ਸਮਝਦਾ ਕਿ ਜਿੰਨੀ ਕੁ ਮੈਨੂੰ ਨੌਲੇਜ ਹੈ ਤੇ ਅਸੀਂ ਅੱਜ ਉਸ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਜਿਹੜਾ ਕਿ ਪਿਛਲੇ ਦਿਨੀ ਬਹੁਤ ਜ਼ਿਆਦਾ ਚਰਚਿਤ ਰਿਹਾ ਆ ਕਿ ਇਹ ਇਮਾਰਤਾਂ ਕੀ ਨੇ। ਹਜੇ ਤੱਕ ਉਹਨਾਂ ਦਾ ਕੋਈ ਕਨਫਰਮ ਨਹੀਂ ਹੋ ਸਕਿਆ। ਸੋ ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ, ਸਾਰੇ ਸਰੋਤਿਆਂ ਦਾ। ਤੇ ਇਹੋ ਜਿਹੀਆਂ ਪੋਡਕਾਸਟ ਦੇਖਣ ਲਈ ਮਤਲਬ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਕਰੀਏ। ਤੇ ਜੇਕਰ ਵਧੀਆ ਰਹੀਆਂ ਤਾਂ ਤੁਸੀਂ ਜਿਹੜਾ ਆ ਚੈਨਲ ਨੂੰ ਸਬਸਕ੍ਰਾਈਬ ਕਰੋ, ਵਿਕਰਮਜੀਤ ਸੰਧੂ ਵਾਲੇ ਚੈਨਲ ਨੂੰ। ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਾਂਗਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਇਸ ਪੋਡਕਾਸਟ ਦੀ ਡਿਸਕਸ਼ਨ ਵਾਸਤੇ ਜੁੜੇ। ਸੋ ਉਸ ਦੇ ਲਈ ਮੈਂ ਬਹੁਤ ਧੰਨਵਾਦ ਕਰਾਂਗਾ ਤੁਹਾਡਾ। ਸੋ ਮਹਿਕਦੀਪ ਜੀ, ਅੱਜ ਕੱਲ੍ਹ ਇੱਕ ਬੜੀ ਹੀ ਚਰਚਾ ਚੱਲ ਰਹੀ ਹੈ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੀ ਜਿਹੜੀ ਜੋੜੇ ਘਰ ਦੀ ਜੋ ਕੰਸਟਰਕਸ਼ਨ ਚੱਲ ਰਹੀ ਸੀ ਉਸ ਦੀ ਕੰਸਟਰਕਸ਼ਨ ਦੇ ਦੌਰਾਨ ਸਾਨੂੰ ਕੁਝ ਇਮਾਰਤਾਂ ਮਿਲੀਆਂ ਨੇ। ਸੋ ਪਹਿਲਾਂ ਤਾਂ ਐਸਜੀਪੀਸੀ ਨੇ ਉਸ ਕੰਸਟਰਕਸ਼ਨ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਜਿਹੜੀ ਇਮਾਰਤਾਂ ਸੀ ਉਸ ਦੀਆਂ ਆਪਾਂ ਦੇਖ ਸਕਦੇ ਹਾਂ ਇਮੇਜਿਸ ਦੇ ਵਿੱਚੋਂ ਵੀ ਕਿ ਉਹਦੀਆਂ ਇੱਟਾਂ ਵੀ ਟੁੱਟ ਗਈਆਂ ਸੀ ਤੇ ਕਈ ਜਦੋਂ ਇਤਿਹਾਸਕਾਰ ਆਏ ਉਹਨਾਂ ਨੇ ਪ੍ਰਦਰਸ਼ਨ ਕੀਤਾ ਕਿ ਇਸ ਚੀਜ਼ ਨੂੰ, ਕੰਸਟਰਕਸ਼ਨ ਨੂੰ ਰੋਕ ਦੇਣਾ ਚਾਹੀਦਾ ਤਾਂ ਕਿ ਅਸੀਂ ਜਾਣ ਸਕੀਏ ਕਿ ਉਹ ਜਿਹੜੀਆਂ ਇਮਾਰਤਾਂ ਨੀਚੇ ਹੈਗੀਆਂ ਸੀ ਉਹਨਾਂ ਦਾ ਇਤਿਹਾਸ ਕੀ ਆ। ਸੋ ਕੀ ਤੁਸੀਂ ਸਾਨੂੰ ਪਹਿਲਾਂ ਦੱਸ ਸਕਦੇ ਹੋ ਕਿ ਉਹ ਇਮਾਰਤਾਂ ਦਾ ਕੀ ਇਤਿਹਾਸ ਸੀ, ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਸਾਨੂੰ ਕੀ ਦੱਸਦੀਆਂ ਨੇ? ਦੇਖੋ ਜੀ, ਇਹਦੇ ਵਿੱਚ ਕਈ ਗੱਲਾਂ ਸਾਹਮਣੇ ਆ ਰਹੀਆਂ। ਵੈਸੇ ਤਾਂ ਸੋਸ਼ਲ ਮੀਡੀਆ ਦੇ ਉੱਪਰ ਜੋ ਗੱਲਾਂ ਪ੍ਰਚਲਿਤ ਹੋ ਰਹੀਆਂ ਹਨ ਤਾਂ ਹੁਣ ਤੱਕ ਜਿਹੜਾ ਇਹਦੇ ਵਿੱਚ ਕਨਫਰਮ ਹੋ ਚੁੱਕਿਆ, ਮਤਲਬ 90% ਆਪਾਂ ਜਾਂ 70% ਕਹਿ ਸਕਦੇ ਹਾਂ ਵੀ ਕਨਫਰਮ ਹੋ ਚੁੱਕਿਆ। ਕਿਉਂਕਿ ਜੋ ਅਕਾਲ ਤਖਤ ਸਾਹਿਬ ਦੇ ਜਿਹੜਾ ਇਹ ਬੈਕ ਸਾਈਡ ਦੇ ਉੱਪਰ ਆ, ਮਤਲਬ ਉਸ ਪੋਜੀਸ਼ਨ 'ਤੇ ਆ ਜਿਸ ਪਾਸੇ ਕਿਸੇ ਵੇਲੇ ਜਿਹੜਾ ਦਰਬਾਰ ਸਾਹਿਬ ਦਾ ਮੁੱਖ ਦੁਆਰ ਵੀ ਹੁੰਦਾ ਸੀਗਾ। ਕਿਉਂਕਿ ਜਿਹੜਾ ਅੱਜ ਕੱਲ੍ਹ ਦਰਬਾਰ ਹੈਗਾ, ਮਤਲਬ ਮੇਨ ਐਂਟਰੈਂਸ ਆ ਦਰਬਾਰ ਸਾਹਿਬ ਕੰਪਲੈਕਸ ਦੀ, ਤਾਂ ਉਹ ਘੰਟਾ ਘਰ ਵਾਲੇ ਪਾਸੋਂ ਆ। ਪਰ ਜਿਹੜਾ ਅਸਲ ਜਿਹੜਾ ਗੇਟ ਸੀਗਾ, ਮੁੱਖ ਦੁਆਰ ਸੀਗਾ, ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਪਾਸਿਓਂ ਸੀਗਾ। ਇਹ 1987 ਤੱਕ ਜਿਹੜਾ ਇਹ ਦੁਆਰ ਨੂੰ ਮੇਨ ਮੰਨਿਆ ਜਾਂਦਾ ਸੀਗਾ। ਕਿਉਂਕਿ ਉੱਥੇ ਤੁਸੀਂ ਦੇਖਿਆ ਹੋਊਗਾ ਕਿ ਗੁਰਦੁਆਰਾ ਥੜਾ ਸਾਹਿਬ ਹੈਗਾ, ਜਿੱਥੇ ਕਿ ਨੌਵੇਂ ਪਾਤਸ਼ਾਹ ਜਦੋਂ ਦਰਬਾਰ ਸਾਹਿਬ ਆਏ ਆ ਤੇ ਮਸੰਦਾਂ ਨੇ ਮਤਲਬ ਦਰਬਾਰ ਜਿਹੜਾ ਬੰਦ ਕੀਤੇ ਆ ਉਹਨਾਂ ਲਈ, ਤਾਂ ਉੱਥੇ ਪਾਤਸ਼ਾਹ ਬਿਰਾਜਮਾਨ ਹੋਏ ਆ। ਤਾਂ ਜਿਹੜਾ ਗੁਰਦੁਆਰਾ ਥੜਾ ਸਾਹਿਬ ਆ ਤਾਂ ਉਹ ਇਸੇ ਮਤਲਬ ਚੀਜ਼ ਦੀ ਨਿਸ਼ਾਨੀ ਆ ਕਿ ਇੱਥੇ ਪਾਤਸ਼ਾਹ ਬੈਠੇ ਸੀ। ਤਾਂ ਉੱਥੋਂ ਇਹ ਚੀਜ਼ ਮਤਲਬ ਸਿੱਧ ਹੋ ਜਾਂਦੀ ਆ ਕਿ ਜਿਹੜਾ ਮੁੱਖ ਦੁਆਰ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੋਂ ਸੀਗਾ। ਤੇ ਜਿਹੜੀ ਚਲੋ ਉਹ ਇੱਕ ਸਾਈਡ ਵਾਲਾ ਵਿਸ਼ਾ ਆ, ਪਰ ਚਲੋ ਇਹਦੇ ਨਾਲ ਹੁਣ ਇੱਕ ਲਿੰਕ ਹੁੰਦਾ ਆ। ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਮਤਲਬ ਜੇ ਆਪਾਂ ਗੱਲ ਕਰੀਏ ਕਿ ਦਰਬਾਰ ਸਾਹਿਬ ਦੇ ਚਾਰ ਚੁਫੇਰੇ ਬੁੰਗਿਆਂ ਦੀ ਗਿਣਤੀ ਹੈ ਜਿਹੜੀ ਤਵਾਰੀਖ ਅੰਮ੍ਰਿਤਸਰ ਜਾਂ ਹੋਰ ਕਈ ਜੋ ਬੁੱਕਸ ਹੈ, ਕਿਸੇ ਵਿੱਚ 86 ਦੱਸੀ ਗਈ ਆ ਜਾਂ ਕਿਸੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਆ ਕਰਮ ਸਿੰਘ ਹਿਸਟੋਰੀਅਨ ਹੋਰਾਂ ਨੇ 111 ਵੀ ਲਿਖੀ ਆ। ਤੇ ਕਈ ਬੁੰਗਿਆਂ ਦੇ ਕਈ ਜਾਣੇ ਮਤਲਬ ਜਿਵੇਂ ਐਸਜੀਪੀਸੀ ਦਾ ਜੋ ਰਿਕਾਰਡ ਕਹਿੰਦਾ ਆ ਉਸ ਦੇ ਹਿਸਾਬ ਨਾਲ 69 ਵੀ ਦੱਸੀ ਜਾਂਦੀ ਆ। ਤੇ ਇਹ ਜਿਹੜੇ ਬੁੰਗੇ ਸੀਗੇ ਮਤਲਬ ਦਰਬਾਰ ਸਾਹਿਬ ਦੀ ਰੱਖਿਆ ਲਈ ਜਿਹੜੇ ਬਣਾਏ ਸੀ। ਤਾਂ ਮੇਰੇ ਖਿਆਲ ਦੇ ਵਿੱਚ ਜਿਹੜਾ ਇਹਦੇ ਵਿੱਚ ਹੈਗਾ ਨਾ ਵੀ ਅੱਜ ਇਸ਼ੂ ਆ ਰਿਹਾ ਉਹ ਇਸ ਕਰਕੇ ਆ ਕਿਉਂਕਿ 1987 ਦੇ ਵਿੱਚ ਆਪਾਂ ਜਿਹੜੀ ਆ ਉਹਨੂੰ ਬਾਅਦ 'ਚ ਕਵਰ ਕਰਦੇ ਹਾਂ ਕਿ ਬੁੰਗੇ ਦਾ ਅਰਥ ਕੀ ਹੁੰਦਾ ਜਾਂ ਮਤਲਬ ਇਹ ਚੀਜ਼ ਆ। ਮੈਂ ਤੁਹਾਨੂੰ ਦੱਸਦਾ ਕਿ 1987 ਦੇ ਵਿੱਚ ਗਲਿਆਰਾ ਯੋਜਨਾ ਤਹਿਤ ਸਰਕਾਰ ਨੇ ਜਿਹੜਾ ਆ ਮਤਲਬ ਗਲਿਆਰਾ ਬਣਾਇਆ। ਉਹਦੇ ਵਿੱਚ ਜਿਹੜਾ ਨਾ ਇਹ ਹੁਣ ਇਮਾਰਤਾਂ ਲੱਭੀਆਂ ਆ। ਇਮਾਰਤਾਂ ਨੂੰ ਉੱਪਰ ਜਿਹੜਾ ਆ ਉਸੇ ਤਰੀਕੇ ਨਾਲ ਉੱਪਰ ਜਿਹੜਾ ਆ ਮਾਰਬਲ ਲਾ ਦਿੱਤਾ ਗਿਆ, ਉਹਨਾਂ ਨੂੰ ਥੱਲੇ ਦੱਬ ਦਿੱਤਾ ਗਿਆ, ਉਹਨਾਂ ਨੂੰ ਬੰਦ ਨਹੀਂ ਕੀਤਾ ਗਿਆ। ਜਾਂ ਉਸ ਟਾਈਮ ਜਿਹੜੀਆਂ ਉੱਪਰ ਇਮਾਰਤਾਂ ਸੀ ਉਹ ਤਾਂ ਢਹਿ ਚੁੱਕੀਆਂ ਸੀਗੀਆਂ,
ਉਹਨਾਂ ਨੂੰ ਢਾਹ ਕੇ ਗਲਿਆਰਾ ਯੋਜਨਾ ਤਹਿਤ ਜਿਹੜਾ ਉਸ ਨੂੰ ਇੱਕ ਨਵੀਨਕਰਨ ਕੀਤਾ ਗਿਆ ਆ, ਤਾਂ ਉਹਦੇ ਉੱਪਰ ਜਿਹੜਾ ਪੱਥਰ ਲਾ ਦਿੱਤਾ ਗਿਆ ਸੀ। ਪਰ ਹੁਣ ਜਦੋਂ SGPC ਨੇ ਜਿਹੜੀ ਕੰਸਟਰਕਸ਼ਨ ਸਟਾਰਟ ਕੀਤੀ ਆ ਉੱਥੇ, ਤਾਂ ਕੰਸਟਰਕਸ਼ਨ ਸਟਾਰਟ ਕਰਨ ਤੋਂ ਬਾਅਦ ਜਿਹੜਾ ਬਾਬੇ ਭੂਰੀ ਵਾਲੇ, ਸ਼ਾਇਦ ਮੈਨੂੰ ਨਾਮ ਨਹੀਂ ਪਤਾ, ਤਾਂ ਉਹਨਾਂ ਨੇ ਉਹ ਹਾਂਜੀ 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 ਉਹ ਮਤਲਬ ਜਿਹੜੇ ਆ ਨਹੀਂ ਭੂਰੀ ਵਾਲੇ ਬਾਬਾ ਜੀ ਨੇ ਮਤਲਬ ਜਿਹੜੇ ਹੈਗੇ ਆ ਕਾਰਸੇ ਵਾਲੇ, ਉਹ ਕੰਸਟਰਕਸ਼ਨ ਕਰਦੇ ਪਏ ਸੀਗੇ ਤੇ ਹਾਂਜੀ 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 ਸੌਰੀ ਫਿਰ ਮੈਂ ਹਾਂਜੀ ਹਾਂਜੀ ਤਾਂ ਉਹ ਕੰਸਟਰਕਸ਼ਨ ਕਰਦੇ ਪਏ ਆ। ਤੇ ਉਹਨਾਂ ਨੇ ਜਿਹੜਾ ਮਤਲਬ ਜਦੋਂ JCB 12 ਤੋਂ 15 ਫੁੱਟ ਜਿਹੜੀ ਡੂੰਘੀ ਚਲਾਈ ਆ, ਤਾਂ ਉਸ ਤੋਂ ਬਾਅਦ ਪਹਿਲਾਂ ਇੱਟਾਂ ਨਿਕਲੀਆਂ ਤੇ ਉਸ ਤੋਂ ਬਾਅਦ ਜਿਹੜੀ ਆ ਇੱਕ ਮਤਲਬ ਜਿਹੜੀ ਆ ਥੱਲੇ ਇੱਕ ਬਣੀ ਤਣੀ ਮਤਲਬ ਸੁਰੰਗਾ ਟਾਈਪ ਜਾਂ ਮੰਜ਼ਿਲ ਕਹਿ ਲਓ ਜਾਂ ਬਣੀ ਹੋਈ ਆ, ਤਾਂ ਉਹ ਰੂਮਸ ਹਾਂਜੀ 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 ਰੂਮਸ ਵਗੈਰਾ। ਤੇ ਹੁਣ ਆਪਾਂ ਆਉਣੇ ਆ ਵੀ ਇਹ ਕੀ ਸ਼ੈ ਹੋ ਸਕਦੀ ਜਾਂ ਕੀ ਚੀਜ਼ ਹੋ ਸਕਦੀ ਆ। ਜਿਹੜਾ ਕਿ ਦੇਖੋ ਫਾਰਸੀ ਦਾ ਸ਼ਬਦ ਆ ਬੁੰਗਾ, ਬੁੰਗੇ ਦਾ ਅਰਥ ਹੁੰਦਾ ਆ ਕਿ ਕਈ ਵਿਦਵਾਨ ਲਿਖਦੇ ਨੇ ਕਿ ਰਹਿਣ ਦਾ ਸਥਾਨ, ਜਾਂ ਇਹ ਕਹਿ ਲਓ ਵੀ ਉਸ ਜਗ੍ਹਾ ਕੋਈ ਫਸਲ ਰੱਖੀ ਜਾਂਦੀ ਆ, ਜਾਂ ਕੋਈ ਨਗਦੀ ਰੱਖੀ ਜਾਂਦੀ ਆ, ਜਾਂ ਘੋੜਿਆਂ ਦੇ ਰੱਖਣ ਦਾ, ਜਾਂ ਕੋਈ ਸ਼ਸਤਰ ਵਗੈਰਾ ਜਿਵੇਂ ਅਸਲਾ ਵਗੈਰਾ ਹੈ ਨਾ, ਤਾਂ ਉਹ ਮਤਲਬ ਇਸ ਚੀਜ਼ ਦਾ ਬੁੰਗੇ ਦਾ ਅਰਥ ਇਹ ਆ ਜਾਂਦਾ ਆ। ਜ਼ਿਆਦਾਤਰ ਬੰਦਿਆਂ ਨੂੰ ਬੁੰਗੇ ਦਾ ਅਰਥ ਪਤਾ ਨਹੀਂ ਹੁੰਦਾ ਗਾ, ਸੋ ਇਸ ਕਰਕੇ ਜਿਹੜਾ ਇਹ ਚੀਜ਼ ਜ਼ਰੂਰੀ ਹੈ ਕਿ ਇਹ ਚੀਜ਼ਾਂ ਕਿਉਂ ਬਣੀਆਂ ਸੀਗੀਆਂ। ਅੱਜ ਕੱਲ੍ਹ ਤਾਂ ਦੇਖੋ ਗੁਰਦੁਆਰਿਆਂ ਦੇ ਆਸੇ-ਪਾਸੇ ਬਰਾਂਡੇ ਬਣੇ ਹੋਏ ਆ ਜਾਂ ਸਾਈਡ 'ਤੇ ਕਮਰੇ ਬਣੇ ਹੁੰਦੇ ਆ ਨਾ, ਤਾਂ ਜਿਹੜੀ ਪੁਰਾਤਨ ਪਰੰਪਰਾ ਸੀਗੀ ਉਸ ਟਾਈਮ ਬੁੰਗੇ ਬਣਦੇ ਸੀ ਮਤਲਬ, ਤਾਂ ਇਹ ਜਿਹੜੇ ਬੁੰਗੇ ਸੀਗੇ ਮਤਲਬ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਜਿਸ ਤਰ੍ਹਾਂ ਤੁਸੀਂ ਕਿਹਾ ਕਿ 69 ਬੁੰਗੇ ਸੀ, ਜਿੱਦਾਂ ਕਿ ਹੁਣ ਅੱਜ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਨੇ, ਜਿੱਦਾਂ ਰਾਮਗੜੀਆ ਬੁੰਗਾ ਮੌਜੂਦ ਆ ਅੱਜ ਵੀ, ਸੋ ਉਸੇ ਤਰ੍ਹਾਂ ਦੇ ਹੀ ਬੁੰਗੇ ਸੀ ਮਤਲਬ ਜਿਹੜੇ ਮਤਲਬ ਪੂਰੇ ਆਲੇ ਦੁਆਲੇ ਸੀ ਦਰਬਾਰ ਸਾਹਿਬ ਦੇ। ਹਾਂਜੀ ਉਸੇ ਤਰ੍ਹਾਂ ਬਿਲਕੁਲ, ਕਿਉਂਕਿ ਬਹੁਤ ਜ਼ਿਆਦਾ ਬੁੰਗੇ ਬਣਾਉਣ ਦਾ ਕਾਰਨ ਤਾਂ ਇਹ ਸੀਗਾ ਕਿ ਇੱਕ ਤਾਂ ਜਿਹੜੀ ਦੂਰੋਂ ਨੇੜਿਓਂ ਸੰਗਤ ਆਉਂਦੀ ਸੀ ਤੇ ਉਹਦੇ ਲਈ ਮਤਲਬ ਰਹਿਣ ਦਾ ਪ੍ਰਬੰਧ। ਦੂਜੀ ਗੱਲ ਉਹਦੇ ਵਿੱਚ ਇਹ ਸੀਗਾ ਵੀ ਜਦੋਂ ਜਿਹੜੇ ਸਿੱਖ ਮਿਸਲਾਂ ਦੇ ਸਰਦਾਰ ਸੀਗੇ, ਜਦੋਂ ਦਰਬਾਰ ਸਾਹਿਬ ਆਉਂਦੇ ਸੀ ਤਾਂ ਉਹ ਦਰਬਾਰ ਸਾਹਿਬ ਕਈ ਦਿਨ ਰੁਕਦੇ ਸੀਗੇ, ਸੋ ਉਸ ਦੀ ਵਜ੍ਹਾ ਕਰਕੇ ਵੀ ਕਈ ਮਤਲਬ ਜਿਹੜੇ ਸਿੱਖ ਸਰਦਾਰਾਂ ਨੇ ਬੁੰਗੇ ਬਣਾਏ ਹੁੰਦੇ ਸੀ। ਤਾਂ ਜਿਹੜਾ ਦਰਬਾਰ ਸਾਹਿਬ ਦੀ ਰੱਖਿਆ ਲਈ ਵੀ ਜਿਹੜਾ ਇਸ ਨੂੰ ਧਿਆਨ ਹਿੱਤ ਰੱਖ ਕੇ ਬਣਾਇਆ ਗਿਆ, ਕਿਉਂਕਿ ਦੇਖੋ ਗੁਰੀਲਾ ਨੀਤੀ ਦੀ ਆਪਾਂ ਜੇ ਗੱਲ ਕਰੀਏ ਨਾ, ਕਿ ਜਿਹੜੀ ਗੁਰੀਲਾ ਨੀਤੀ ਆ ਉਹ ਮਤਲਬ ਹੁਣ ਆਪਾਂ ਦੇਖ ਸਕਦੇ ਹਾਂ ਕਿ ਆਰਕੀਟੈਕਚਰ ਦੇ ਵੇ ਤੋਂ ਦੇਖੀਏ ਤਾਂ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਬੇਸਮੈਂਟਾਂ ਬਣਾਈਆਂ ਹੋਈਆਂ, ਜਿਹੜੀਆਂ ਕਿ ਅੱਜ ਦੇ ਸਮੇਂ ਦੇ ਵਿੱਚ ਬਣਦੀਆਂ, ਪਰ ਉਸ ਸਮੇਂ ਦੇ ਵਿੱਚ ਸਾਡੇ ਮਤਲਬ ਸਿੱਖ ਸਰਦਾਰਾਂ ਦੇ ਦਿਮਾਗ ਇੰਨੇ ਜ਼ਿਆਦਾ ਸੀਗੇ ਵੀ ਬੇਸਮੈਂਟਾਂ ਬਣਾਈਆਂ ਹੋਈਆਂ ਆਪਣਾ ਅਸਲਾ ਸਾਂਭਣ ਲਈ ਜਾਂ ਕੁਛ ਵੀ ਆ, ਤਾਂ ਉਹਨੂੰ ਚੀਜ਼ ਨੂੰ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਬੁੰਗੇ ਸੀਗੇ ਮਤਲਬ ਮੇਬੀ ਜਿਹੜੇ ਸਾਰੇ ਬੁੰਗੇ ਹੋਣਗੇ ਚਾਰ ਚੁਫੇਰੇ ਆਪਸੀ ਕਨੈਕਟਡ ਵੀ ਹੋ ਸਕਦੇ ਆ, ਵੀ ਕੋਈ ਦੁਸ਼ਮਣ ਚੜ੍ਹ ਕੇ ਆਉਂਦਾ ਦਰਬਾਰ ਸਾਹਿਬ ਦੀ ਰੱਖਿਆ ਲਈ ਤਾਂ ਨੀਚੇ ਦੀ ਨੀਚੇ ਹੀ ਮਤਲਬ ਤਾਂ ਕਿ ਉਹ ਇੰਟਰਕਨੈਕਟਡ ਰਹਿਣ, ਇੱਕੋ ਦੂਜੇ ਨਾਲ ਇੰਟਰਕਨੈਕਟਡ ਰਹਿਣ ਤੇ ਮੋਬਿਲਾਈਜੇਸ਼ਨ ਜਲਦੀ ਹੋ ਸਕੇ, ਕੋਈ ਆਰਮੀ ਦੀ ਹੋ ਸਕੇ ਜਾਂ ਅਸਲੇ ਦੀ ਹੋ ਸਕੇ। ਹਾਂਜੀ 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 ਬਿਲਕੁਲ, ਵੀ ਇੱਕ ਫੌਜ ਦੀ ਤਰ੍ਹਾਂ ਜਿਵੇਂ ਇੱਕ ਮਿਲਟਰੀ ਬੇਸ ਬਣਿਆ ਹੁੰਦਾ ਕਿ ਉਹ ਜਾਂਦੇ ਆ ਨਾ ਉਹਦੇ ਵਿੱਚ ਜਿਹੜਾ ਅੱਜ ਕੱਲ੍ਹ ਚੱਲਦਾ ਟ੍ਰੈਂਚ ਚੱਲਦੇ ਕਿ ਕੀ ਉਹਦੇ ਵਿੱਚ ਜਾਂਦੇ ਆ, ਉਹ ਬਣੀਆਂ ਹੁੰਦੀਆਂ ਮੇਰੇ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਆ ਕਿ ਕਿੱਲੇਬੰਦੀ ਹੀ, ਕਿ ਦਰਬਾਰ ਸਾਹਿਬ ਨੂੰ ਬਾਹਰੀਆਂ ਤਾਕਤਾਂ ਤੋਂ ਬਚਾਉਣ ਵਾਸਤੇ ਕਿੱਲੇਬੰਦੀ ਕੀਤੀ ਹੋਈ ਸੀ। ਬਿਲਕੁਲ। ਇਹਦੇ ਵਿੱਚ ਹੁਣ ਮੈਂ ਤੁਹਾਨੂੰ ਇੱਥੇ ਇੱਕ ਹੋਰ ਹਿਸਟੋਰੀਕਲ ਫੈਕਟ ਸਾਂਝਾ ਕਰਦਾ ਕਿ ਜਿਹੜਾ ਦਰਬਾਰ ਸਾਹਿਬ ਆ ਉਹਦਾ ਸੰਬੰਧ ਜਿਹੜਾ ਸਿੱਖਾਂ ਦਾ ਮਤਲਬ ਪਾਸੇ ਵਾਲੇ ਬੰਦੇ ਲਈ ਉਹ ਟੂਰਿਸਟ ਪਲੇਸ ਹੋ ਸਕਦਾ ਵੀ ਚਲੋ ਉਹਦੇ ਲੋਕ ਦੇਖਣ ਆਉਂਦੇ ਆ, ਪਰ ਜੇ ਸਪਿਰਚੁਅਲਿਟੀ ਦੇ ਲੈਵਲ ਤੇ ਦੇਖੀਏ ਤਾਂ ਸਿੱਖਾਂ ਨੂੰ ਉੱਥੇ ਜਿਹੜੀ ਜਾ ਕੇ ਸ਼ਾਂਤੀ ਮਿਲਦੀ ਆ, ਕਿਉਂਕਿ ਸੁਪਰੀਮ ਆਫ ਪਾਵਰ ਆ ਜਿਹੜੀ ਸਾਡੀ ਸਿੱਖਾਂ ਦੀ ਆ, ਉਹ ਸਾਰੀ ਜਿਹੜੀ ਆ ਸ੍ਰੀ ਦਰਬਾਰ ਸਾਹਿਬ ਆ। ਕਿਉਂਕਿ ਜੋ ਸ਼ਾਂਤੀ ਜਿਹੜੀ ਸਾਨੂੰ ਉੱਥੇ ਮਿਲਦੀ ਆ, ਜਾਂ ਸਾਨੂੰ ਜੋ ਇੱਕ ਜਿਹੜਾ ਮਤਲਬ ਜੋ ਸਿੱਖ ਗੁਰਬਾਣੀ ਪੜ੍ਹਦੇ ਆ, ਮਤਲਬ ਗੁਰਬਾਣੀ ਜਿਹੜਾ ਗਿਆਨ ਰੱਖਦੇ ਆ ਨਾ, ਉਹਨਾਂ ਨੂੰ ਇਹ ਚੀਜ਼ਾਂ ਜ਼ਿਆਦਾ ਨੌਲੇਜ ਆ ਕਿ ਦਰਬਾਰ ਸਾਹਿਬ ਦਾ ਅਸਲ ਜ਼ਿੰਦਗੀ 'ਚ ਕੀ ਮਹੱਤਵ ਹੈ। ਪਰ ਹਰ ਇੱਕ ਸਿੱਖ ਦੇ ਦਿਲ ਦੇ ਵਿੱਚ ਜੋ ਦਰਬਾਰ ਸਾਹਿਬ ਦਾ ਅਕਸ ਉਕਰਿਆ ਹੋਇਆ, ਇਹ ਕੁਦਰਤੀ ਗੁਰੂ ਸਾਹਿਬ ਵੱਲੋਂ ਆ, ਕਿ ਜੋ ਗੁਰੂ ਸਾਹਿਬ ਨੇ ਜਿਹੜਾ ਇਹਦੇ ਨਾਲ ਸਿੱਖ ਨੂੰ ਜੋੜਿਆ ਹੋਇਆ ਆ, ਕਿ ਸਿੱਖ ਨਾ ਚਾਹੁੰਦੇ ਹੋਏ ਵੀ ਜਿਹੜਾ ਦਰਬਾਰ ਸਾਹਿਬ ਦੀ ਜਿਹੜੀ ਆ ਕੋਈ ਵੀ ਬੇਅਦਬੀ ਜਾਂ ਕੁਛ ਵੀ ਤਰ੍ਹਾਂ ਦੀ ਜਿਹੜੀ ਆ ਉਹ ਸਹਿਣ ਨਹੀਂ ਕਰ ਸਕਦਾ। ਇਸੇ ਦਾ ਨਤੀਜਾ ਇਹ ਆ ਕਿ ਜਿਵੇਂ ਹੁਣ ਜਿਹੜੀਆਂ ਇਮਾਰਤਾਂ ਨਿਕਲੀਆਂ ਆ, ਤਾਂ ਉਹਨੂੰ ਧਿਆਨ ਹਿੱਤ ਰੱਖਦੇ ਹੋਏ ਬਾਬਾ ਵਡਾਲਾ ਜੀ ਜਿਹੜੇ ਆ ਉੱਥੇ ਪਹੁੰਚੇ ਤੇ ਉਹਨਾਂ ਨੇ ਜਾ ਕੇ ਉਹ ਕੰਸਟਰਕਸ਼ਨ ਦੇ ਵਿੱਚ ਜਿਹੜਾ ਕਿਹਾ ਵੀ ਰੋਕੋ ਇਹਨੂੰ, ਹੈ ਨਾ, ਕਿ ਇਹਦਾ ਪਤਾ ਤਾਂ ਕਰੀਏ ਵੀ ਇਹ ਕੀ ਚੀਜ਼ ਆ, ਕਿਉਂਕਿ ਜੋ ਇਤਿਹਾਸ ਹੁੰਦਾ ਆ ਉਹ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਨੇ। ਜਦੋਂ ਇਤਿਹਾਸ ਮਿਟ ਜਾਂਦੇ ਨੇ
ਤਾਂ ਫਿਰ ਇਹ ਹੁੰਦਾ ਕਿ ਕੌਮਾਂ ਬਹੁਤੀ ਦੇਰ ਜਿਉਂਦੀਆਂ ਨਹੀਂ ਰਹਿ ਸਕਦੀਆਂ, ਕਿਉਂਕਿ ਜਿਹੜੀ ਜੜ ਹੈ ਉਹ ਇਤਿਹਾਸ ਹੀ ਹੁੰਦਾ ਹੈ। ਕਿ ਸਾਨੂੰ ਉਸ, ਜਿਵੇਂ ਕਹਿ ਲਓ ਕਿ ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਰਾਮਗੜੀਆ ਬੁੰਗਾ ਦੇ ਵਿੱਚ ਆਪਾਂ ਜਦੋਂ ਜਾਂਦੇ ਹਾਂ, ਨੀਚੇ ਦੇਖਦੇ ਹਾਂ ਕਿ ਉਹਦੇ ਵਿੱਚ ਚਲੋ ਕੁਝ ਚੀਜ਼ਾਂ ਉਹਨਾਂ ਨੇ ਬੰਦ ਕੀਤੀਆਂ ਹੋਈਆਂ SGPC ਨੇ, ਕਿ ਉਹ ਜਾਂ ਕਹਿ ਲਓ ਵੀ ਖਤਰੇ ਦੇ ਡਰੋਂ, ਜਾਂ ਮਤਲਬ ਅੰਦਰ ਕੋਈ ਇਮਾਰਤ ਦੀ ਹਾਲਤ ਠੀਕ ਨਹੀਂ ਹੈਗੀ, ਬਟ ਆਪਾਂ ਕੁਝ ਹੱਦ ਤੱਕ ਕਮਰੇ ਦੇਖ ਸਕਦੇ ਹਾਂ। ਤਾਂ ਉੱਥੇ ਜਾ ਕੇ ਸਾਨੂੰ ਇੱਕ ਮਹਿਸੂਸ ਹੁੰਦਾ ਅੰਦਰੋਂ ਕਿ ਹਾਂ ਸਾਡੇ ਬਾਬੇ ਬਜ਼ੁਰਗ 200 ਸਾਲ ਪਹਿਲਾਂ ਇੱਥੇ ਆ ਕੇ ਬਹਿੰਦੇ ਸੀ। ਮਤਲਬ ਉਹ ਜਿਹੜੀ ਇੱਕ ਅੰਦਰ ਦੇ ਵਿੱਚ ਆਪਣੇ ਆਪ 'ਚ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ ਨਾ ਵੀ ਸਾਡੀ ਕੌਮ ਦੇ ਜਿਹੜੇ ਮਹਾਨ ਆ। ਤਾਂ ਉਸੇ ਤਰ੍ਹਾਂ ਹਰ ਇੱਕ ਕੌਮ ਆਪਣਾ ਇਤਿਹਾਸ ਸਾਂਭ ਕੇ ਰੱਖਦੀ ਹੈ। ਸੋ ਇਸ ਕਰਕੇ ਮੈਂ ਕਹਿਣਾ ਚਾਹੂੰਗਾ ਵੀ ਇਤਿਹਾਸ ਹੈ ਜਿਹੜਾ ਇਹ ਇਹਦੇ ਨਾਲ ਰਿਲੇਟਡ ਹੈ, ਬੁੰਗਿਆਂ ਦੇ ਨਾਲ ਰਿਲੇਟਡ ਹੈ। ਅਤੇ ਬਾਕੀ ਇਹਦੇ ਵਿੱਚ ਇੱਕ ਚੀਜ਼ ਹੋਰ ਕਨਫਰਮ ਹੋ ਚੁੱਕੀ ਵੀ ਗਿਆਨੀਆਂ ਵਾਲਾ ਬੁੰਗਾ ਦੀ ਜਿਹੜੀ ਲੋਕੇਸ਼ਨ ਬਣਦੀ ਹੈ ਇੱਥੇ। ਅਤੇ ਬਾਕੀ ਹੁਣ ਜਿਹੜਾ ਰਿਪੋਰਟ ਆਉਣ ਤੱਕ ਜਿਹੜਾ ਆਪਾਂ ਵੇਟ ਕਰਨਾ ਪਊਗਾ ਸਾਰਿਆਂ ਨੂੰ। ਬਾਕੀ ਹਾਂਜੀ SGPC ਨੇ ਵੀ ਕਿਹਾ ਵਾ ਕਿ ਉਹਨਾਂ ਨੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੂੰ ਮਤਲਬ ਕੰਟੈਕਟ ਕੀਤਾ ਹੋਇਆ ਇਸ ਦੇ ਰਿਗਾਰਡਿੰਗ। ਸੋ ਉਹ ਵੀ ਆਉਣਗੇ ਆਪਣੀ ਰਿਸਰਚ ਟੀਮ ਲੈ ਕੇ, ਅਤੇ ਆਪਣੀ ਜੋ ਵੀ ਫਾਈਂਡਿੰਗਸ ਹੋਣਗੀਆਂ ਦੇਖਣਗੇ ਕਿ ਜਿਹੜਾ ਸਟਰਕਚਰ ਹੈਗਾ ਵਾ ਉਹ ਕਿਸ ਪੀਰੀਅਡ ਦਾ ਹੈਗਾ ਵਾ, ਅਤੇ ਉਸਦੀ ਮਤਲਬ ਕਿਸ ਵਜ੍ਹਾ ਕਰਕੇ ਉਸ ਚੀਜ਼ਾਂ ਨੂੰ ਬਣਾਇਆ ਗਿਆ ਵਾ। ਸੋ ਕਿਤੇ ਨਾ ਇੱਕ ਮੈਂ ਤੁਹਾਨੂੰ ਹੋਰ ਗੱਲ ਪੁੱਛਣਾ ਚਾਹਾਂਗਾ ਕਿ ਜਿੱਦਾਂ ਆਪਾਂ ਰਾਮਗੜੀਆ ਬੁੰਗਾ ਦੀ ਗੱਲ ਕਰਦੇ ਹਾਂ, ਸੋ ਰਾਮਗੜੀਆ ਬੁੰਗਾ ਦੀ ਇੱਕ ਗੱਲ ਬੜੀ ਪ੍ਰਸਿੱਧ ਆ, ਅਤੇ ਉਹ ਇੱਕ ਧਾਰਨਾ ਹੈ ਜਾਂ ਸੱਚਾਈ ਆ, ਇਸ ਬਾਰੇ ਮੈਨੂੰ ਨਹੀਂ ਪਤਾ, ਅਤੇ ਸ਼ਾਇਦ ਮੇਰੇ ਦਰਸ਼ਕਾਂ ਨੂੰ ਵੀ ਨਾ ਪਤਾ ਹੋਵੇ। ਸੋ ਇਸ ਬਾਰੇ ਤੁਸੀਂ ਵੀ ਜਰਾ ਕਲੀਅਰਿਟੀ ਦੇਣਾ ਕਿ ਜਿਹੜੇ ਰਾਮਗੜੀਆ ਬੁੰਗਾ ਸੁਣਨ ਦੇ ਵਿੱਚ ਆਉਂਦਾ ਵਾ ਕਿ ਉਸਦੀ ਜਿਹੜੀ ਕਨੈਕਟੀਵਿਟੀ ਹੈਗੀ ਆ ਉਹ ਗੋਬਿੰਦਗੜ੍ਹ ਫੋਰਟ ਦੇ ਨਾਲ ਹੈਗੀ ਆ, ਕੀ ਇਹ ਸੱਚ ਹੈ ਜਾਂ ਝੂਠ ਹੈ? ਦੇਖੋ ਜੀ, ਇਹਦੇ ਵਿੱਚ ਆਪਾਂ ਜਿਵੇਂ ਹੁਣ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਜਿਹੜੇ ਜਿੱਥੋਂ ਤੱਕ ਮੈਨੂੰ ਖਿਆਲ ਆ ਕਿ ਬੁੰਗੇ ਆਪਸ ਦੇ ਵਿੱਚ ਕਨੈਕਟਡ ਸੀਗੇ। ਕਿ ਦੇਖੋ ਜ਼ਿਆਦਾ ਡੀਪਲੀ ਦੇ ਵਿੱਚ ਮੈਨੂੰ ਵੀ ਨਹੀਂ ਪਤਾ, ਕਿਉਂਕਿ ਜਿਹੜਾ ਨਾ ਮੈਂ ਇਹਦੇ ਬਾਰੇ ਜਿਹੜਾ ਹੈਗਾ ਵੀ ਜ਼ਿਆਦਾ ਇਤਿਹਾਸ ਕਿਉਂਕਿ ਬਾਹਰ ਛੱਡਿਆ ਨਹੀਂ ਨਾ ਇਹਨਾਂ ਨੇ, ਕਿ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਆਪਾਂ ਨੂੰ ਨਹੀਂ ਪਤਾ ਲੱਗਦਾ। ਹੁਣ ਜੇ ਮੰਨ ਲਓ ਵੀ ਜੋੜਾ ਘਰ ਦੀ ਖੁਦਾਈ ਨਹੀਂ ਹੁੰਦੀ ਤਾਂ ਆਪਾਂ ਨੂੰ ਕਿੱਥੇ ਪਤਾ ਲੱਗਣਾ ਸੀ ਵੀ ਇੱਥੇ ਕੋਈ ਇਮਾਰਤਾਂ ਹੈਗੀਆਂ ਥੱਲੇ, ਹੈ ਨਾ। ਤਾਂ ਉਹ ਚੀਜ਼ ਉਸੇ ਤਰ੍ਹਾਂ ਜਿਵੇਂ ਰਾਮਗੜੀਆ ਬੁੰਗਾ ਹੀ ਬਚਿਆ। ਤਾਂ ਜਿਹੜੇ ਮੈਨੂੰ ਲੱਗਦਾ, ਜੋ ਮੇਰੀ ਧਾਰਨਾ ਹੈ, ਇਹ ਮੈਂ ਇਹ ਨਹੀਂ ਕਹਿੰਦਾ ਵੀ ਹੋ ਸਕਦਾ ਸੱਚ ਹੋਵੇ, ਬਟ ਮੈਨੂੰ ਇੱਥੋਂ ਤੱਕ ਲੱਗਦਾ ਕਿ ਜੋ ਸਿੱਖ ਸਰਦਾਰਾਂ ਦਾ ਜਿਹੜਾ ਗਰਿੱਲਾ ਨੀਤੀ ਦਾ ਜਿਹੜਾ ਤਰੀਕਾ ਸੀ ਨਾ ਕਿ ਲੜਨ ਦਾ, ਤਾਂ ਉਸੇ ਤਰ੍ਹਾਂ ਜਿਵੇਂ ਬੁੰਗੇ ਕਨੈਕਟਡ ਆ, ਤਾਂ ਹੋ ਸਕਦਾ ਵੀ ਗੋਬਿੰਦਗੜ੍ਹ ਫੋਰਟ ਦੇ ਨਾਲ ਵੀ ਇਹਦਾ ਲਿੰਕ ਹੋਵੇ ਨੀਚੇ ਦੀ ਨੀਚੇ, ਕਿਉਂਕਿ ਉਸ ਟਾਈਮ ਜਿਹੜਾ ਜ਼ਿਆਦਾਤਰ ਸੁਰੰਗਾਂ ਬਣਾਉਣ ਦਾ ਇਹ ਮਤਲਬ ਸੀਗਾ। ਹਰ ਇੱਕ ਕਿਲੇ ਤੋਂ ਕਿਲੇ ਨਾ ਮਤਲਬ ਸੁਰੰਗਾਂ ਹੁੰਦੀਆਂ ਸੀਗੀਆਂ। ਤਾਂ ਉਸ ਵੇ ਤੋਂ ਦੇਖੀਏ ਤਾਂ ਜ਼ਰੂਰੀ ਹੈ ਵੀ ਗੋਬਿੰਦਗੜ੍ਹ ਫੋਰਟ ਨਾਲ ਇਹਦਾ ਲਿੰਕ ਹੋਊਗਾ। ਦੱਸਣਾ ਚਾਹਾਂਗਾ, ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਗੋਬਿੰਦਗੜ੍ਹ ਫੋਰਟ ਆ, ਉਹ ਜਿਹੜਾ ਫੋਰਟ ਆ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ ਵੀ ਕਿਹਾ ਜਾਂਦਾ ਹੈ। ਜਿਹੜਾ ਗੋਬਿੰਦਗੜ੍ਹ ਫੋਰਟ ਸੀ ਪਹਿਲਾਂ ਇਸ ਨੂੰ ਭੰਗੀਆਂ ਦਾ ਕਿਲ੍ਹਾ ਕਿਹਾ ਜਾਂਦਾ ਸੀ। ਸੋ ਬਾਅਦ ਵਿੱਚ ਜਦੋਂ ਇਹ ਜਿਹੜਾ ਕਿਲ੍ਹਾ ਹੈਗਾ ਵਾ ਰਣਜੀਤ ਸਿੰਘ ਦੇ ਅੰਡਰ ਦੇ ਵਿੱਚ ਆਇਆ, ਤੇ ਉਹਨਾਂ ਨੇ ਇਸ ਦਾ ਨਾਮ ਬਦਲ ਕੇ ਗੋਬਿੰਦਗੜ੍ਹ ਫੋਰਟ ਰੱਖਿਆ ਆਪਣੇ 10ਵੇਂ ਗੁਰੂ ਪਾਤਸ਼ਾਹ ਜੀ ਦੇ ਨਾਮ ਤੇ। ਸੋ ਇਸ ਦਾ ਜਿਹੜਾ ਮੇਨ ਰੀਜ਼ਨ ਸੀ ਬਣਾਉਣ ਦਾ ਉਹ ਸੀ ਕਿ ਅੰਮ੍ਰਿਤਸਰ ਸਿਟੀ ਜਿਹੜੀ ਹੈਗੀ ਆ ਇੱਕ ਵਾਲ ਸਿਟੀ ਹੈਗੀ ਆ, ਜਿਹੜਾ ਸਾਰਾ ਸ਼ਹਿਰ ਹੁੰਦਾ ਸੀ ਉਹ ਇੱਕ ਦੀਵਾਰ ਦੇ ਅੰਦਰ ਹੁੰਦਾ ਸੀ, ਤੇ ਅੰਦਰ ਹੀ ਸਾਡਾ ਦਰਬਾਰ ਸਾਹਿਬ ਸੀ। ਸੋ ਕਈ ਵਾਰ ਜਿਹੜੇ ਅਫਗਾਨ ਤੋਂ ਈਰਾਨ ਤੋਂ ਜਿਹੜੇ ਅਟੈਕ ਕਰਨ ਆਉਂਦੇ ਸੀ, ਉਹ GT ਰੋਡ ਜਿਹੜਾ ਸ਼ੇਰ ਸ਼ਾਹ ਸੂਰੀ ਨੇ ਰੋਡ ਬਣਾਇਆ, ਉਹ ਉਸੇ ਰੋਡ ਦੇ ਥਾਣੇ ਆਉਂਦੇ ਸੀ ਤੇ ਇਹਨਾਂ ਸਿਟੀਆਂ ਤੇ ਅਟੈਕ ਕਰਦੇ ਸੀ। ਸੋ ਇਸੇ ਕਰਕੇ ਜਿਹੜਾ ਗੋਬਿੰਦਗੜ੍ਹ ਫੋਰਟ ਦੀ ਜਿਹੜੀ ਲੋਕੇਸ਼ਨ ਸੀ ਉਹ ਸਿਟੀ ਦੇ ਵਾਲ ਤੋਂ ਬਾਹਰ ਰੱਖੀ ਗਈ, ਤਾਂ ਜੋ ਅਗਰ ਕੋਈ ਵੀ ਅਟੈਕ ਹੋ ਸਕੇ ਤੇ ਪਹਿਲਾਂ ਸਾਡੀਆਂ ਜਿਹੜੀਆਂ ਫੋਰਸਿਸ ਹੋਣਗੀਆਂ ਉਹ ਡਿਫੈਂਸ ਸਾਡੇ ਇਹਨਾਂ ਚੀਜ਼ਾਂ ਦੀ ਕਰ ਸਕਣ। ਸੋ ਇਹਦਾ ਇਤਿਹਾਸ ਇਹ ਰਿਹਾ ਸੀ। ਹਾਂਜੀ, ਜਿਵੇਂ ਤੁਸੀਂ ਡਿਸਕਸ ਕੀਤਾ ਕਿ ਯੁੱਧ ਵਾਸਤੇ ਜਿਹੜੇ ਵਰਤਦੇ ਸੀਗੇ, ਤਾਂ ਮੈਂ ਇੱਥੇ ਨਾ ਇੱਕ ਉਦਾਹਰਨ ਤੁਹਾਨੂੰ ਹੋਰ ਦਿੰਦਾ ਆ ਕਿ ਇੱਕ ਬਠਿੰਡੇ ਦੇ ਵਿੱਚ ਸਾਡੇ ਇੱਕ ਕਿਲ੍ਹਾ ਹੈਗਾ ਆ, ਤਾਂ ਉਹਦੇ ਵਿੱਚ ਦੀ ਮਤਲਬ ਸੁਰੰਗ ਜਾਂਦੀ ਆ। ਉਹ ਸੁਰੰਗ ਬਠਿੰਡੇ ਤੋਂ ਕਰੀਬ 120 ਕਿਲੋਮੀਟਰ ਦੂਰ ਹਨੂੰਮਾਨਗੜ੍ਹ ਫੋਰਟ ਆ, ਤਾਂ ਹਨੂੰਮਾਨਗੜ੍ਹ ਫੋਰਟ ਜਾ ਕੇ ਨਿਕਲਦੀ ਆ। ਚਲੋ ਉਹ ਪੁਰਾਣੀ, ਬਹੁਤ ਜ਼ਿਆਦਾ ਪੁਰਾਣੀ ਆ, ਮਤਲਬ ਉਹ 120 ਕਿਲੋਮੀਟਰ ਲੰਬੀ ਸੁਰੰਗ ਆ। ਤਾਂ ਇਹ ਕਹਿ ਸਕਦੇ ਹਾਂ ਕਿ ਇਸ ਧਰਤੀ ਦਾ ਇਤਿਹਾਸ ਇਹ ਹੈ ਕਿ ਦੇਖੋ ਪੰਜਾਬ ਦੀ ਜਿਹੜੀ ਧਰਤੀ ਆਪਾਂ ਗੱਲ ਕਰੀਏ ਤਾਂ ਇੱਕ ਪੱਧਰ ਧਰਤੀ ਆ, ਕਿ ਇੱਥੇ ਬਹੁਤੇ ਜ਼ਿਆਦਾ ਪਹਾੜ ਨਹੀਂ ਰਹੇ। ਚਲੋ ਨਾਰਥ ਸਾਈਡ ਆਪਾਂ ਜਾਂ ਈਸਟ ਜਾਂ ਨਾਰਥ ਹੈਗੇ ਆ ਪਹਾੜ, ਬਟ ਜਿਹੜਾ ਪੰਜਾਬ ਦੀ ਧਰਤੀ ਜਿਹੜੀ ਅੱਜ ਦਾ ਮੌਜੂਦਾ ਜਾਂ ਕਹਿ ਲਓ ਪੁਰਾਣਾ ਪੰਜਾਬ ਵੀ ਸੀਗਾ, ਤਾਂ ਇੱਥੇ ਬਹੁਤੇ ਜ਼ਿਆਦਾ ਪਹਾੜ ਨਹੀਂ ਹੈਗੇ। ਤਾਂ ਇੱਥੇ ਜੰਗਲ ਵੇਲੇ ਵੀ ਘੱਟ ਸੀਗੇ, ਸੋ ਲੋਕੀ ਵਾਹੀ ਖੇਤੀ ਜ਼ਿਆਦਾ ਕਰਦੇ ਆ। ਸੋ ਇਸ ਕਰਕੇ ਜਿਹੜਾ ਇੱਥੇ ਮਤਲਬ ਮੈਨੂੰ ਲੱਗਦਾ ਕਿ ਗਰਿੱਲਾ ਨੀਤੀ ਦਾ ਜਿਹੜਾ ਤਰੀਕਾ ਬਣਦਾ ਆ ਉਹ ਇਹ ਹੈ ਕਿ ਸੁਰੰਗਾਂ ਬਣਾ ਕੇ ਮਤਲਬ ਇੱਕ ਦੂਜੇ ਨਾਲ ਕਨੈਕਟ ਰਹਿਣਾ, ਕਿ
ਐਮਰਜੈਂਸੀ ਜਿਵੇਂ ਕਹਿ ਲਓ ਨਾ ਕਿ ਅੱਜ ਕੱਲ੍ਹ ਚਲੋ ਵਾਰ ਦੇ ਜਿਹੜੇ ਸੀਨ ਉਹ ਚੇਂਜ ਹੋ ਗਏ ਆ ਉਹ totally ਕਿ change ਕਿਤੇ ਹੋ ਵੀ ਗਏ, ਹਾਂਜੀ ਹਾਂਜੀ ਕਿਤੇ ਵੀ ਲੜਾਈ ਹੋ ਜਾਂਦੀ ਹੈ, ਬਟ ਉਸ ਵੇਲੇ ਜਿਹੜਾ ਆ ਇੱਕ ਬਿਗਲ ਵੱਜਦਾ ਸੀ, ਸਵੇਰੇ ਜੰਗ ਸ਼ੁਰੂ ਹੁੰਦੀ ਸੀ, ਸ਼ਾਮ ਨੂੰ ਬੰਦ ਹੋ ਜਾਂਦੀ ਸੀ, ਹੈ ਨਾ। ਤਾਂ ਉਸ ਤਰੀਕੇ ਨਾਲ ਵੀ ਵੈਰੀ ਵੀ ਲਲਕਾਰਦਾ ਸੀ ਪਹਿਲਾਂ, ਕਿ ਪਹਿਲਾਂ ਉਹ ਚਿੱਠੀ ਪੱਤਰ ਰਾਹੀਂ ਸੰਦੇਸ਼ ਹੁੰਦਾ ਸੀ ਵੀ ਮੈਂ ਤੇਰੇ ਨਾਲ ਜੰਗ ਲੜਨਾ ਚਾਹੁੰਦਾ ਆ, ਜਾਂ ਤੂੰ ਮੇਰੀ ਅਧੀਨਗੀ ਕਬੂਲ, ਜਾਂ ਮੇਰੇ ਨਾਲ ਮੈਦਾਨ 'ਚ ਟੱਕਰ। ਤਾਂ ਉਸ ਤਰੀਕੇ ਨਾਲ ਮਤਲਬ ਕਈ ਵਾਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਹੈ। ਅਬਦਾਲੀ ਨੇ ਬਹੁਤ, ਜਿਹੜਾ ਅਹਿਮਦ ਸ਼ਾਹ ਅਬਦਾਲੀ ਨੇ ਬਹੁਤ ਵਾਰੀ ਹਮਲਾ ਕੀਤਾ ਦਰਬਾਰ ਸਾਹਿਬ 'ਤੇ। ਤਾਂ ਉਸ ਤਰੀਕੇ ਨੂੰ ਮੁੱਖ ਰੱਖਦਿਆਂ ਜਿਹੜਾ ਇਹ ਗਰੀਲਾ ਨੀਤੀ ਅਪਣਾਉਣ ਤਹਿਤ ਮੈਨੂੰ ਮਤਲਬ ਆਪਾਂ ਇਹ ਨਹੀਂ ਕਹਿ ਸਕਦੇ ਵੀ ਯਕੀਨ ਆ, ਬਟ ਮੈਨੂੰ ਲੱਗਦਾ ਆ ਕਿ ਹਾਂ ਉਹ ਜਿਹੜੇ ਬੁੰਗੇ ਵੀ ਆਪਸ ਵਿੱਚ ਕਨੈਕਟਡ ਆ, ਅਤੇ ਗੋਬਿੰਦਗੜ੍ਹ ਫੋਰਟ ਜਿਹੜਾ ਆ ਇਹਦੇ ਨਾਲ ਲਿੰਕ ਆ ਟਨਰ ਜਿਹੜੀਆਂ ਸੁਰੰਗਾਂ ਨੇ। ਸੋ ਜਿਹੜੇ ਲੋਕਾਂ ਨੂੰ ਲੱਗਦਾ ਹੋਏਗਾ ਕਿ ਸ਼ਾਇਦ ਇਹ ਗੱਲ ਝੂਠੀ ਹੋਏਗੀ ਕਿ ਜਿਹੜੇ ਪੰਜਾਬ ਦੇ ਵਿੱਚ ਇੱਕ ਸੁਰੰਗਾਂ ਦਾ ਜਾਲ ਹੋ ਸਕਦਾ ਹੈ, ਸੋ ਮੈਂ ਇੱਥੇ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਚਾਹਾਂਗਾ ਕਿ ਵੀਅਤਨਾਮ ਦੀ ਜਿਹੜੀ ਵਾਰ ਹੋਈ ਸੀ ਅਮਰੀਕਾ ਦੇ ਨਾਲ, ਉਸ ਦੇ ਵਿੱਚ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਇੱਕ ਸੁਰੰਗਾਂ ਦਾ ਜਾਲ ਬਣਾਇਆ ਹੋਇਆ ਸੀ, ਜਿਸ ਦੇ ਕਰਕੇ ਕਿ ਅਮਰੀਕਾ ਵਰਗੇ ਦੇਸ਼ ਨੂੰ ਵੀ ਉੱਥੇ ਇੱਕ ਆਪਣੀ ਡਿਫੀਟ ਦੇਖਣੀ ਪਈ, ਕਿਉਂਕਿ ਉਹਨਾਂ ਨੇ ਬੜੇ ਸਿਸਟਮੈਟਿਕਲੀ ਤਰੀਕੇ ਦੇ ਨਾਲ ਇਹ ਸੁਰੰਗਾਂ ਬਣਾਈਆਂ ਸੀ, ਤੇ ਇਹੀ ਸੁਰੰਗਾਂ ਦਾ ਇਸਤੇਮਾਲ ਕਰਕੇ ਉਹ ਅਮਰੀਕੀ ਫੋਰਸਿਸ ਨੂੰ ਤੰਗ ਕਰਦੇ ਰਹੇ। ਸੋ ਅਗਰ ਕੋਈ ਕਵੇ ਕਿ ਇਹ ਸੁਰੰਗਾਂ ਵਾਲੀ ਗੱਲ ਝੂਠੀ ਹੋ ਸਕਦੀ ਆ, ਤੇ ਮੈਂ ਸ਼ਾਇਦ ਇਸ ਚੀਜ਼ ਨੂੰ ਨਾ ਮੰਨਾਂ, ਤੇ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਨੇ, ਸਿਰਫ ਵੀਅਤਨਾਮ ਨਹੀਂ, ਹੋਰ ਵੀ ਕਈ ਦੇਸ਼ ਨੇ ਜਿੱਥੇ ਇਹੋ ਜਿਹੇ ਸੁਰੰਗਾਂ ਦਾ ਨੈਟਵਰਕ ਹੈਗਾ ਹੈ। ਜਿੱਦਾਂ ਕਈ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਹਮਲਾ ਕੀਤਾ, ਤੇ ਜਿਹੜਾ ਉਸਾਮਾ ਬਿਨ ਲਾਦਨ ਸੀ ਉਹ ਤਾਰਾ ਬੋਰਾ ਦੀਆਂ ਪਹਾੜਾਂ ਦੇ ਵਿੱਚ ਜਾ ਕੇ ਲੁੱਕ ਕੇ ਬੈਠ ਗਿਆ ਸੀ। ਉੱਥੇ ਵੀ ਪੂਰੀਆਂ ਜਿਹੜੀਆਂ ਪਹਾੜਾਂ ਦਾ ਜਿਹੜਾ ਹੈਗਾ ਸੀ, ਉਹਦੇ ਵਿੱਚ ਵੀ ਇਹੋ ਜਿਹੀਆਂ ਸੁਰੰਗਾਂ ਦਾ ਜਾਲ ਸੀ। ਇਸੇ ਕਰਕੇ ਬਿਨ ਲਾਦਨ ਜਿਹੜਾ ਹੈਗਾ ਸੀ ਉਹ 10 ਸਾਲ ਤੱਕ ਅਮਰੀਕਾ ਨੂੰ ਨਹੀਂ ਮਿਲਿਆ ਸੀ, ਪਰ ਜਦੋਂ ਉਹ ਐਬਟਾਬਾਦ ਵਿੱਚ ਜਾ ਕੇ ਕਿਸੇ ਘਰ ਦੇ ਵਿੱਚ ਰਹਿਣ ਲੱਗਾ ਤੇ ਤਦ ਉਹਦੀ ਮਤਲਬ ਪੜਤਾਲ ਹੋ ਸਕੀ ਤੇ ਅਮਰੀਕਾ ਨੇ ਉਸ ਨੂੰ ਮਾਰਿਆ। ਬਟ ਸਾਡਾ ਇਹ ਵਿਸ਼ਾ ਨਹੀਂ ਆ, ਬਟ ਆਪਾਂ ਮੁੜ ਕੇ ਆਪਾਂ ਆਉਂਦੇ ਹਾਂ ਟੌਪਿਕ ਤੇ। ਸੋ ਜੀ ਹਾਂ, ਬਿਲਕੁਲ ਇਹ ਨੈਟਵਰਕ ਹੋ ਸਕਦਾ ਹੈ, ਤੇ ਸਾਨੂੰ ਸਰਕਾਰਾਂ ਨੂੰ, ਜਾਂ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਅਦਾਰੇ ਹੈਗੇ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਇਹ ਜਾਲ ਕਿੱਦਾਂ ਦਾ ਹੈਗਾ ਹੈ। ਸੋ ਆਪਾਂ ਭਾਜੀ ਇੱਕ ਹੋਰ ਗੱਲ ਦੇਖਦੇ ਹਾਂ ਕਿ ਆਪਾਂ ਕਈ ਪਿੰਡਾਂ ਦੇ ਵਿੱਚ ਵੀ ਗੱਲਾਂ ਸੁਣਨ ਦੇ ਵਿੱਚ ਆਉਂਦੀਆਂ ਨੇ ਕਿ ਮਤਲਬ ਇਹੋ ਜਿਹੀ ਗੱਲਾਂ ਆਮ ਸੁਣਨ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਕਿ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਪਲੇਸ ਆ, ਜਾਂ ਤੁਸੀਂ ਲਗਾ ਲਓ ਇੱਕ ਮਹਿਲ ਟਾਈਪ ਕੋਈ ਚੀਜ਼ ਬਣੀ ਹੋਈ ਆ, ਪੁਰਾਣੀ ਹਵੇਲੀ ਟਾਈਪ ਆ, ਉਹਨਾਂ ਦੇ ਜਿਹੜੇ ਤਹਿਖਾਨੇ ਨੇ ਉਹਨਾਂ ਦੇ ਵਿੱਚ ਵੀ ਸੁਰੰਗਾਂ ਮਿਲਦੀਆਂ ਨੇ। ਹੁਣ ਮੈਨੂੰ ਇਸ ਦੇ ਬਾਰੇ ਕੋਈ ਸ਼ੋਰਿਟੀ ਨਹੀਂ ਗਈ, ਤੇ ਕਈ ਕਹਿੰਦੇ ਨੇ ਕਿ ਸਾਡੇ ਜਿਹੜੀਆਂ ਇਹੋ ਜਿਹੀਆਂ ਕਈ ਸੁਰੰਗਾਂ ਹੈਗੀਆਂ ਨੇ ਜੋ ਕਿ ਪਾਕਿਸਤਾਨ ਦੇ ਨਾਲ ਵੀ ਕਨੈਕਟਡ ਨੇ, ਬਟ ਆਫਟਰ ਪਾਰਟੀਸ਼ਨ ਉਹਨਾਂ ਜਿਹੜੀਆਂ ਸੁਰੰਗਾਂ ਨੂੰ ਬੰਦ ਕਰ ਦਿੱਤਾ ਗਿਆ। ਸੋ ਤੁਹਾਡਾ ਉਸ ਦੇ ਬਾਰੇ ਕੀ ਵਿਚਾਰ ਹੈ? ਦੇਖੋ ਜੀ, ਇਹਦੇ ਵਿੱਚ ਮੈਂ ਨਾ ਇੱਕ ਬਟਾਲੇ ਨੇੜੇ ਪਿੰਡ ਦੀ ਇੱਕ ਖਬਰ ਪੜ੍ਹੀ ਸੀ ਥੋੜ੍ਹੇ ਦਿਨ ਪਹਿਲਾਂ ਦੀ। ਉਹ ਖਬਰ ਆ ਕਿ ਉਹ ਵੀ ਇੱਕ ਸਿੱਖ ਸਰਦਾਰ ਦਾ ਮਹਿਲ ਆ, ਬਟਾਲੇ ਨੇੜੇ ਪਿੰਡ ਦਾ ਮੇਰੇ ਨਾਮ ਵਿਸਰ ਗਿਆ, ਤਾਂ ਉਹ ਇੱਕ ਸਿੱਖ ਸਰਦਾਰ ਦਾ ਮਹਿਲ ਸੀ। ਤਾਂ ਉਹਦੇ ਵੀ ਨੀਚੇ ਬੇਸਮੈਂਟ ਬਣਾਈ ਹੋਈ ਆ, ਮਤਲਬ ਉਹ ਉੱਪਰ ਵੀ ਸੀਗਾ ਬਟ ਉਹ ਬੇਸਮੈਂਟ ਵੀ ਉਹਦੀ ਬਣੀ ਹੋਈ ਆ। ਤਾਂ ਉਹਦੇ ਵਿੱਚ ਵੀ ਕਈ ਸੁਰੰਗਾਂ ਹੈਗੀਆਂ। ਮਤਲਬ ਉਹ ਚੀਜ਼ ਤਾਂ ਖੋਜ ਤੋਂ ਬਾਅਦ ਪਤਾ ਲੱਗ ਸਕਦੀ ਹੈ ਵੀ ਕਿੱਥੋਂ ਤੱਕ ਜਾਂਦੀਆਂ ਸੁਰੰਗਾਂ, ਪਰ ਇਹ ਚੀਜ਼ ਦੀ ਸ਼ੋਰਟੀ ਹੈਗੀ ਆ ਕਿ ਸੁਰੰਗਾਂ ਦਾ ਨੈਟਵਰਕ ਜਿਹੜਾ ਸਿੱਖ ਸਰਦਾਰਾਂ ਵੱਲੋਂ ਜਿਹੜਾ ਬਣਾਇਆ ਗਿਆ ਸੀਗਾ, ਕਿਉਂਕਿ ਜਿਹੜੀਆਂ ਉਸ ਟਾਈਮ ਜਿਹੜਾ ਪੀਰੀਅਡ ਸੀਗਾ ਕਿ ਵਾਰ ਦਾ ਕੋਈ ਪਤਾ ਨਹੀਂ ਵੀ ਕਿਹੜੇ ਵੈਰੀ ਨੇ ਕਿਸ ਵੇਲੇ ਆ ਚੜ੍ਹਨਾ ਆ। ਤਾਂ ਉਸ ਟਾਈਮ ਦੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਜਿਹੜੀਆਂ ਸੁਰੰਗਾਂ ਆਪਸੀ ਜਿਹੜੀਆਂ ਕਨੈਕਟਡ ਸੀਗੀਆਂ, ਜਿਵੇਂ ਕਿ ਲਾਹੌਰ ਦਰਬਾਰ ਦੀ ਜੇ ਗੱਲ ਕਰ ਲਈ, ਹੋ ਸਕਦਾ ਕਿ ਅੰਮ੍ਰਿਤਸਰ ਸਾਹਿਬ ਤੋਂ ਇੱਕ ਅੱਧੀ ਸੁਰੰਗ ਜਿਹੜੀ ਹੋਵੇ ਜਿਹੜੀ ਲਾਹੌਰ ਦਰਬਾਰ ਕਿਲੇ ਦੇ ਵਿੱਚ ਜਿਹੜੀ ਜਾਂਦੀ ਹੋਵੇ, ਹੋ ਸਕਦਾ। ਇਹ ਆਪਾਂ ਸ਼ੋਰਟੀ ਨਹੀਂ ਕਹਿ ਸਕਦੇ, ਬਟ ਜਿਹੜੀ ਹੈ ਖੋਜ ਕਰਨ ਤੋਂ ਬਾਅਦ ਇਹਦਾ ਹੋ ਸਕਦਾ ਕਿ ਮੈਨੂੰ ਇਹ ਲੱਗਦਾ ਕਿ ਸੁਰੰਗਾਂ ਦਾ ਨੈਟਵਰਕ ਜਿਹੜਾ ਪੰਜਾਬ ਦੇ ਵਿੱਚ ਜ਼ਰੂਰ ਹੈਗਾ ਆ। ਹੋ ਸਕਦਾ ਉਹ ਸਮੇਂ ਦੇ ਨਾਲ ਬੰਦ ਹੋ ਗਈਆਂ, ਜਾਂ ਇਹ ਕਹਿ ਲਓ ਵੀ ਦੱਬੀਆਂ ਗਈਆਂ ਜਾਂ ਢਹਿ ਗਈਆਂ। ਇੱਕ ਇਹਦੇ ਵਿੱਚ ਮੈਂ ਪੁਆਇੰਟ 4 ਐਡ ਕਰ ਦਿਆਂ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜੇ ਆ ਅੱਜ ਤੱਕ ਜਿਹੜਾ ਆ ਵੀ ਮਤਲਬ ਇਹ ਸਾਡੀ ਤਰਾਸਦੀ ਕਹਿ ਲਓ, ਜਾਂ ਮਤਲਬ ਸਾਡੀ ਨਮੋਸ਼ੀ ਕਹਿ ਲਓ ਸਾਡੀਆਂ ਸੰਸਥਾਵਾਂ ਦੀ, ਕਿ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਅਸਲ ਲੋਹਗੜ੍ਹ ਰਾਜਧਾਨੀ ਸੀ, ਜਿਹੜਾ ਪਹਿਲਾ ਸਿੱਖ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤਾ ਸੀਗਾ ਨੰਦੇੜ ਦੇ ਵਿੱਚੋਂ ਕਿ ਸਰਹੰਦ ਨੂੰ ਫਤਿਹ ਕਰਕੇ, ਤਾਂ ਉਸ ਵੇਲੇ ਦੀ ਜਿਹੜੀ ਅਸਲ ਲੋਹਗੜ੍ਹ ਜਿਹੜੀ ਰਾਜਧਾਨੀ ਆ, ਉਹ ਹਜੇ ਤੱਕ ਕਨਫਰਮ ਨਹੀਂ ਹੋਈ ਕਿ ਉਹ ਅਸਲ ਲੋਹਗੜ੍ਹ ਰਾਜਧਾਨੀ ਜਿਹੜੀ ਆ ਇੱਕ ਕਈ ਵਿਦਵਾਨ ਕਹਿੰਦੇ ਨੇ ਕਿ ਉਹ ਹਰਿਆਣੇ ਦੇ ਵਿੱਚ ਆ, ਕਈ ਵਿਦਵਾਨ ਕਹਿੰਦੇ ਨੇ ਵੀ ਉਹ ਜਿਹੜੇ ਉੱਤਰਾਖੰਡ ਯੂਪੀ ਦੇ ਜਿਹੜਾ ਬਾਉਂਡਰੀ ਲੱਗਦੀ ਆ ਉੱਥੇ ਆ। ਤਾਂ ਉਹਦੇ ਵਿੱਚ ਵੀ ਮਤਲਬ ਮੈਂ 1-2 ਵੀਡੀਓਜ਼ ਦੇਖੀਆਂ ਇੱਦਾਂ ਦੀਆਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਜਿਹੜੀਆਂ ਉਹ ਸੁਰੰਗਾਂ ਵਾਲਾ ਨੈਟਵਰਕ ਉੱਥੇ ਬਣਾਇਆ ਹੋਇਆ ਸੀਗਾ। ਮਤਲਬ ਉਹ ਸੁਰੰਗਾਂ ਢਹਿ ਗਈਆਂ
ਤੇ ਬਟ ਇੱਥੋਂ ਹੁਣ ਇਹ ਚੀਜ਼ਾਂ ਕਈ ਕਨਫਰਮ ਹੋ ਜਾਂਦੀਆਂ ਵੀ ਸੁਰੰਗਾਂ ਵਾਲਾ ਨੈਟਵਰਕ ਆ ਜਿਹੜਾ, ਇਹ ਪਹਿਲਾਂ ਬਣਾਉਣ ਦਾ ਜਿਹੜਾ ਇੱਕ ਕਹਿ ਲਓ ਕਿ ਯੁੱਧ ਨੀਤੀ ਦਾ ਇੱਕ ਹਿੱਸਾ ਯੁੱਧ ਨੀਤੀ ਦਾ, ਸੀਗਾ ਕਿਉਂਕਿ ਕਿ- ਸਾਡੀ ਸਿੱਖਾਂ ਦੇ ਇਤਿਹਾਸ ਦੇ ਵਿੱਚ ਵੀ ਲਿਖਿਆ ਹੋਇਆ ਕਿ ਗੁਰੀਲਾ ਵਾਰਫੇਅਰ ਸਾਡੀ ਸਟਾਰਟਿੰਗ ਤੋਂ ਹੀ ਰਹੀ ਹੈ। ਹਾਂਜੀ, ਸੋ ਗੁਰੀਲਾ ਹਾਂਜੀ, ਵਾਰਫੇਅਰ ਹਾਂਜੀ। ਹਮੇਸ਼ਾ ਹੀ ਇਦਾਂ ਹੁੰਦਾ ਹੈ ਕਿ ਤੁਹਾਨੂੰ ਦੁਸ਼ਮਣ ਨੂੰ ਸਰਪ੍ਰਾਈਜ਼ ਅਟੈਕ ਦੇਣਾ ਹੁੰਦਾ ਹੈ। ਜੀ, ਮਤਲਬ ਜੀ। ਅਗਰ ਦੁਸ਼ਮਣ ਤੇ ਸਰਪ੍ਰਾਈਜ਼ ਅਟੈਕ ਹੀ ਨਹੀਂ ਹੋਏਗਾ ਤੇ ਉਹ ਗੁਰੀਲਾ ਨੀਤੀ ਨਹੀਂ ਹੋਏਗੀ। ਸੋ ਹਾਂਜੀ, ਪੰਜਾਬ ਹਾਂਜੀ। ਦੇ ਵਿੱਚ ਕੋਈ ਪਹਾੜ ਤੇ ਹੈ ਨਹੀਂ ਕਿ ਤੁਸੀਂ ਪਹਾੜਾਂ ਤੇ ਲੁਕ ਹਾਂਜੀ, ਕੇ ਜਾਂ ਕਿੱਦਾਂ ਵੀ ਕਰਕੇ ਸਰਪ੍ਰਾਈਜ਼ ਅਟੈਕ ਕਰ ਜੀ, ਸਕੋ। ਜੀ। ਸੋ ਤੁਹਾਡੇ ਕੋਲ ਆਹੀ ਸੁਰੰਗਾਂ ਦਾ ਇੱਕ ਜਾਲ ਹੀ ਬਚਦਾ ਹੈ। ਅਗਰ ਸੁਰੰਗਾਂ ਹੋਣਗੀਆਂ ਜੀ, ਤਦ ਜੀ। ਹੀ ਤੁਸੀਂ ਸਰਪ੍ਰਾਈਜ਼ ਅਟੈਕ ਕਰ ਸਕਦੇ ਹੋ। ਸੋ ਹਾਂਜੀ। ਆਪਾਂ ਮੁੜ ਕੇ ਆਉਂਦੇ ਆ ਇਸੇ ਟੌਪਿਕ ਤੇ ਕਿ ਜਿੱਦਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਆਪਾਂ ਨੂੰ ਇੱਕ ਰੂਮਸ ਕਹਿ ਲਓ ਜਾਂ ਬੁੰਗੇ ਕਹਿ ਲਓ, ਠੀਕ ਹੈ। ਸੋ ਜਿਸ ਤਰ੍ਹਾਂ ਕਿ ਐਸਜੀਪੀਸੀ ਨੇ ਇਹਨਾਂ ਨੂੰ ਪਹਿਲਾਂ ਮਨਾ ਕਰ ਮਤਲਬ ਇਗਨੋਰ ਕੀਤਾ ਕਿ ਉਸ ਦੀ ਕੰਸਟਰਕਸ਼ਨ ਚੱਲਦੀ ਰਹੀ। ਸੋ ਆਪਾਂ ਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅਗਰ ਆਪਾਂ ਇਹ ਚੀਜ਼ਾਂ ਇਗਨੋਰ ਕਰਦੇ ਰਵਾਂਗੇ ਇਦਾਂ ਹੀ, ਅਸੀਂ ਕਿਤੇ ਨਾ ਕਿਤੇ ਆਪਣਾ ਇਤਿਹਾਸ ਪਿੱਛੇ ਛੱਡਦੇ ਜਾਵਾਂਗੇ। ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਸਾਡਾ ਇਤਿਹਾਸ ਕੀ ਹੈ। ਅਗਰ ਅੱਜ ਲੋਕਾਂ ਨੇ ਇੰਨਾ ਪ੍ਰੈਸ਼ਰ ਨਾ ਬਣਾਇਆ ਹੁੰਦਾ ਐਸਜੀਪੀਸੀ ਤੇ ਸ਼ਾਇਦ ਸਾਨੂੰ ਇਸ ਦੇ ਬਾਰੇ ਪਤਾ ਵੀ ਨਹੀਂ ਲੱਗਦਾ ਕਿ ਕੋਈ ਇਮਾਰਤਾਂ ਸਾਨੂੰ ਨਹੀਂ ਜ਼ਮੀਨ ਪਤਾ। ਦੇ ਅੰਦਰ ਮਿਲੀਆਂ ਨੇ। ਸੋ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਐਸਜੀਪੀਸੀ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਗਰ ਕੋਈ ਇਹੋ ਜਿਹੀਆਂ ਕੰਸਟਰਕਸ਼ਨ ਸਾਈਟਸ ਮਿਲਦੀਆਂ ਨੇ ਸੋ ਉਹਨਾਂ ਦਾ ਫਾਈਂਡਿੰਗਸ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਕਿ ਐਟਲੀਸਟ ਸਾਨੂੰ ਪਤਾ ਲੱਗ ਸਕੇ ਕਿ ਚਾਹੇ ਉਹ ਇੰਪੋਰਟੈਂਟ ਹੈ ਜਾਂ ਨਹੀਂ ਹੈ, ਉਹ ਅਲੱਗ ਗੱਲ ਹੈ, ਬਟ ਸਾਨੂੰ ਇਹਦਾ ਪਤਾ ਜ਼ਰੂਰ ਹੋਣਾ ਚਾਹੀਦਾ ਹੈ। ਇਸ ਚੀਜ਼ਾਂ ਨੂੰ ਹਿਸਟਰੀ ਦੇ ਵਿੱਚ ਦਰਜ ਜ਼ਰੂਰ ਹੋਣਾ ਚਾਹੀਦਾ ਹੈ। ਬਿਲਕੁਲ ਜੀ, ਇਹੀ ਗੱਲ ਹੈ ਕਿ ਜਿਵੇਂ ਹੁਣ ਰਾਮਗੜੀਆ ਬੁੰਗੇ ਬਾਰੇ ਜਿਹੜਾ ਉਹ ਰਾਮਗੜੀਆ ਬੁੰਗੇ ਬਾਰੇ ਬਹੁਤ ਘੱਟ ਲੋਕਾਂ ਨੂੰ ਨੌਲੇਜ ਆ ਕਿ ਉਹਦੇ ਦੇਖੋ ਸਾਹਮਣੇ ਉਹ ਸਿਰਫ ਉਹਦਾ ਬੁਰਜ ਦਿਸਦਾ ਕਿ ਰਾਮਗੜੀਆ ਬੁੰਗਾ ਉੱਥੇ ਤਾਂ, ਬਟ ਉਹ ਜਿਹੜਾ ਨਾ ਜਿਹੜੇ ਉਹਦੇ ਅੰਦਰ ਜਾ ਕੇ ਦੇਖਣ ਵਾਲੇ ਬੰਦੇ ਬਹੁਤ ਘੱਟ ਨੇ ਕਿ ਉਹ ਕਿ ਕਿੱਦਾਂ ਦਾ ਅੰਦਰ ਉਹਦਾ ਕੰਸਟਰਕਸ਼ਨ ਸਾਈਟ ਹੈਗੀ ਆ ਜਾਂ ਉਹ ਕਿੱਦਾਂ ਦਾ ਮਤਲਬ ਅੰਦਰੋਂ ਬਿਲਡ ਕੀਤਾ ਹੋਇਆ ਹੈ। ਤਾਂ ਜਾਂ ਇੱਕ ਹੋਰ ਗੱਲ ਕਹਿ ਲਓ ਕਿ ਇਤਿਹਾਸਿਕ ਸੈੱਲ ਜਿਹੜੀ ਉੱਥੇ ਪਈ ਆ, ਮਤਲਬ ਜੋ ਦਿੱਲੀ ਤਖਤ ਸੀਗਾ ਜੋ ਸਿੱਖ ਸਰਦਾਰਾਂ ਨੇ ਉੱਥੋਂ ਬੰਨ੍ਹ ਕੇ ਘੋੜਿਆਂ ਮਗਰ ਇੱਥੇ ਲਿਆ ਕੇ ਦਰਬਾਰ ਸਾਹਿਬ ਲੋਕਾਂ ਦੇ ਕਦਮਾਂ 'ਚ ਰੱਖਿਆ ਸੀਗਾ ਵੀ ਸੰਗਤ ਦੀ ਜਿਹੜੀ ਸੰਗਤ ਉਹਨੂੰ ਲਤੜ ਕੇ ਉੱਪਰ ਜਾਂਦੀ ਵੀ ਦਿੱਲੀ ਦਾ ਤਖਤ ਹੈ ਜਿਹੜਾ ਉਹ ਖਾਲਸੇ ਦੇ ਪੈਰਾਂ ਹੇਠ ਪਿਆ, ਮਤਲਬ ਕਿਉਂਕਿ ਉਸ ਤਖਤ ਤੋਂ ਫਰਮਾਨ ਜਾਰੀ ਹੋਏ ਸੀ ਨੌਵੇਂ ਗੁਰੂ ਪਾਤਸ਼ਾਹ ਜੀ ਨੂੰ ਜਾਂ 10ਵੇਂ ਗੁਰੂ ਪਾਤਸ਼ਾਹ ਖਿਲਾਫ ਜਿਹੜੇ ਉਸ ਤਖਤ ਤੋਂ ਹੀ ਹੋਏ ਸੀ ਨਾ। ਤਾਂ ਇਸ ਕਰਕੇ ਜਿਹੜੀਆਂ ਉਹ ਚੀਜ਼ਾਂ ਸਾਡੇ ਬੱਚਿਆਂ ਨੂੰ ਜੇ ਹੁਣ ਦੇਖੋ ਤੁਹਾਨੂੰ ਨੌਲੇਜ ਆ ਮੈਨੂੰ ਨੌਲੇਜ ਆ ਤਾਂ ਮੈਂ ਆਉਣ ਵਾਲੇ ਟਾਈਮ 'ਚ ਆਪਣੇ ਬੱਚਿਆਂ ਨੂੰ ਦਿਖਾਵਾਂਗਾ ਕਿ ਹਾਂਜੀ ਆਹ ਆਪਣਾ ਇਤਿਹਾਸ, ਬਟ ਬਹੁਤ ਜ਼ਿਆਦਾ ਜਿਸ ਹਿਸਾਬ ਨਾਲ ਸੰਗਤ ਜਾਂਦੀ ਆ ਨਹੀਂ ਬਹੁਤ ਜ਼ਿਆਦਾ ਨੂੰ ਪਤਾ ਹੁੰਦਾ। ਸੋ ਇਸ ਕਰਕੇ ਜਿਹੜੀ ਸਾਡੀ ਸਿਰਮੌਰ ਸੰਸਥਾ ਹੈ ਐਸਜੀਪੀਸੀ, ਤਾਂ ਉਹਦਾ ਹੀ ਫਰਜ਼ ਬਣਦਾ ਪਹਿਲਾਂ ਕਿ ਸਾਡੀ ਜਿਹੜੀ ਇਤਿਹਾਸ ਨੂੰ ਸਾਂਭਣਾ। ਜੇਕਰ ਉਹ ਇਤਿਹਾਸ ਨੂੰ ਨਹੀਂ ਸਾਂਭਣਗੇ ਤਾਂ ਫਿਰ ਸਾਡੇ ਕੋਲ ਕੀ ਬਚਦਾ। ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣਾ ਚਾਹਾਂਗਾ ਕਿ ਇੱਕ ਪੇਜ ਆ ਫੇਸਬੁੱਕ ਤੇ, ਉਹ ਲਾਈਕ ਦੋ ਕੰਟਰੀ ਜਿੱਦਾਂ ਇੰਡੀਆ ਪਾਕਿਸਤਾਨ ਦੇ ਮਤਲਬ ਰਿਲੇਸ਼ਨਸ ਦੇ ਨਾਲ ਮਤਲਬ ਗੱਲਾਂ ਕਰਦੇ ਆ ਕਿ ਸਾਡੇ ਆਰਕੀਟੈਕਚਰ ਸੇ ਨੇ, ਪਾਕਿਸਤਾਨ ਦੇ ਲੋਕ ਸਾਨੂੰ ਦੱਸਦੇ ਨੇ ਕਿ ਆਰਕੀਟੈਕਚਰ ਦੇ ਨੇ। ਉੱਥੇ ਮੈਂ ਇੱਕ ਬੜੀ ਵਧੀਆ ਕਨਵਰਸੇਸ਼ਨ ਦੇਖ ਰਿਹਾ ਸੀ ਕਿ ਲਾਈਕ ਦੋ ਲੋਕਾਂ ਦੇ ਵਿਚਕਾਰ ਹੋ ਰਹੀ ਸੀ। ਉੱਥੇ ਦਰਬਾਰ ਸਾਹਿਬ ਦੀ ਫੋਟੋ ਸੀ ਤੇ ਉਹਦੇ ਪਿੱਛੇ ਜਿੱਦਾਂ ਤੁਹਾਨੂੰ ਪਤਾ ਕਿ ਰਾਮਗੜੀਆ ਬੁੰਗੇ ਦੀ ਦੋ ਮੀਨਾਰਾਂ ਨੇ, ਠੀਕ ਹੈ। ਸੋ ਉਸ ਕਮੈਂਟ ਦੇ ਵਿੱਚ ਲੋਕੀ ਲੜ ਕਹਿ ਰਹੇ ਸੀ ਕਿ ਦਰਬਾਰ ਸਾਹਿਬ ਦੇ ਬੈਕ ਸਾਈਡ ਤੇ ਕਿਹੜੀ ਮਸਜਿਦ ਆ, ਕਿਉਂਕਿ ਜਿਹੜੇ ਮੀਨਾਰਸ ਹੁੰਦੀ ਆ ਉਹ ਇੱਕ ਮਤਲਬ ਸਿੰਬਲ ਹੁੰਦੀ ਆ ਮਸਜਿਦ ਦਾ, ਠੀਕ ਆ। ਬਟ ਕਈ ਲੋਕਾਂ ਨੂੰ ਪਤਾ ਹੀ ਨਹੀਂ ਆ ਕਿ ਮੀਨਾਰ ਸਿੱਖਾਂ ਦੇ ਵਿੱਚ ਵੀ ਮਤਲਬ ਆਰਕੀਟੈਕਚਰ ਦੇ ਵਿੱਚ ਇਨਕਲੂਡ ਹੈਗੀ ਆ। ਐਂਡ ਲੋਕਾਂ ਨੂੰ ਪਤਾ ਵੀ ਨਹੀਂ ਹੈਗਾ ਕਿ ਲੋਕਾਂ ਨੂੰ ਸ਼ਾਇਦ ਲੱਗਦਾ ਵੀ ਹੋਵੇ ਕਿ ਉਹ ਦੋ ਮੀਨਾਰਾਂ ਹੀ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਮੀਨਾਰਾਂ ਦੇ ਨੀਚੇ ਕੀ ਆ। ਸੋ ਇਹ ਕਿਤੇ ਨਾ ਕਿਤੇ ਤੇ ਘਾਟ ਰਹਿ ਜਾਂਦੀ ਆ ਨਾ, ਘਾਟ ਰਹਿ ਜਾਂਦੀ। ਬਿਲਕੁਲ ਜੀ ਬਿਲਕੁਲ ਇਦਾਂ ਹੀ ਆ ਕਿ ਦੇਖੋ ਜੇ ਆਪਾਂ ਸਾਂਭਣ ਦੀ ਗੱਲ ਕਰੀਏ ਨਾ ਕਿ ਐਸਜੀਪੀਸੀ ਨੇ ਜਿਹੜਾ ਮਤਲਬ ਇਹ ਜੋ ਕੰਸਟਰਕਸ਼ਨ ਅੱਜ ਚੱਲੀ ਆ ਇਹਦੇ ਪਿੱਛੇ ਇੱਕ ਹੋਰ ਵੀ ਗੱਲ ਆ। ਤੇਜਾ ਸਿੰਘ ਸਮੁੰਦਰੀ ਹਾਲ ਤੋਂ ਜਿਹੜਾ ਆ ਨਾ 84 ਦੇ ਜਿਹੜੇ ਉਹਦੇ ਤੇ ਕੁਝ ਸਿੰਬਲ ਸੀਗੇ, ਤਾਂ ਉੱਥੇ ਇੱਕ ਹੋਰ ਬਾਬਾ ਜੀ ਨੂੰ ਬੁਲਾਇਆ ਗਿਆ ਵੀ ਕਾਰ ਸੇਵਾ ਲਈ ਵੀ ਉਹ ਤੇ ਰੰਗ ਕਰਨਾ ਆ। ਬਟ ਉਹਨਾਂ ਨੇ ਜਵਾਬ ਦਿੱਤਾ ਵੀ ਇੱਕ ਜਿਹੜਾ ਆ ਕੌਮ ਦੇ ਉੱਤੇ ਜਿਹੜਾ ਜ਼ਖਮ ਹੈ ਕਿ ਮੈਂ ਨਹੀਂ ਕਰ ਸਕਦਾ ਇਹ, ਕਿਉਂਕਿ ਮੇਰਾ ਕੱਲ ਨੂੰ ਵਿਰੋਧ ਹੋਣਾ ਲੋਕਾਂ ਵੱਲੋਂ, ਮੈਂ ਜਿਹੜਾ ਸੰਗਤ ਦੇ ਅਗੇਂਸਟ ਨਹੀਂ ਜਾ ਸਕਦਾ। ਬਟ ਜਿਹੜੇ ਅੱਜ ਬਾਬਾ ਜੀ ਕਾਰ ਸੇਵਾ ਕਰ ਰਹੇ ਆ ਭੂਰੀ ਵਾਲੇ ਬਾਬਾ ਜੀ, ਤਾਂ ਉਹਨਾਂ ਨੇ ਮਤਲਬ ਉਹਨੂੰ 2 ਦਿਨਾਂ ਦੇ ਵਿੱਚ ਰੰਗ ਕਰਤਾ। ਚਲੋ ਹੁਣ ਆਪਾਂ ਇਹ ਨਹੀਂ ਕਹਿੰਦੇ ਕਿ ਦੇਖੋ ਕੌਮ ਦੇ ਉੱਤੇ ਕੋਈ ਵੀ ਜ਼ੁਲਮ ਹੋਇਆ, ਬੇਸ਼ੱਕ ਉਹ ਕਿਸੇ ਵੀ ਗੌਰਮੈਂਟ ਵੱਲੋਂ ਹੋਇਆ ਜਾਂ ਕਿਸੇ ਵੀ ਜਿਹੜਾ ਧਾੜਵੀ ਨੇ ਆ ਕੇ ਹਮਲਾ ਕੀਤਾ, ਇਤਿਹਾਸ ਸਾਂਭਣਾ ਜ਼ਰੂਰੀ ਹੁੰਦਾ। ਹੁਣ 84 ਦੀ ਜੇ ਆਪਾਂ ਗੱਲ ਕਰੀਏ ਤਾਂ 84 ਦੀ ਸਿਰਫ ਅਤੇ ਸਿਰਫ ਇੱਕ ਦਰਸ਼ਨੀ ਡਿਉੜੀ ਜਿਹੜੀ ਆਪਾਂ ਜਦੋਂ ਜਾਂਦੇ ਆ ਦੱਖਣ ਵਾਲੇ ਪਾਸੇ ਆ, ਹਾਂਜੀ ਦੱਖਣ ਵਾਲੇ ਪਾਸੇ ਆ ਜਿੱਥੇ ਮਤਲਬ ਕੁਝ ਕੰਸਟਰਕਸ਼ਨ ਹੈਗੀ ਹੁਣ ਉੱਥੇ ਲਾਈਕ ਹਾਂਜੀ
ਹਾਂਜੀ ਉਸ ਤੇ ਜਿਹੜੇ ਨਿਸ਼ਾਨ ਬਚੇ ਆ, ਜਾਂ ਇੱਕ ਛੋਟੇ ਉੱਪਰ ਹੈ ਸ੍ਰੀ, ਮੇਰੇ ਖਿਆਲ ਦੇ ਵਿੱਚ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਆ, ਕਿਉਂਕਿ ਮੈਂ ਖੁਦ ਨਹੀਂ ਦੇਖੀ ਬਟ ਉਹ ਮੈਂ ਨਿਊਜ਼ ਚੈਨਲ ਦੇ ਰਾਹੀਂ ਦੇਖੀ ਆ, ਜਾਂ ਸਿਰਫ ਉਹ ਨਿਸ਼ਾਨੀ ਬਚਦੀ ਆ 84 ਦੀ। ਹੁਣ ਤੁਸੀਂ ਦੇਖੋ ਕਿ 84 ਜ਼ਰੂਰੀ ਨਹੀਂ, ਮੈਂ ਚਲੋ ਕਹਿੰਦਾ ਵੀ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ, ਬਟ ਭੁੱਲਣ ਵਾਲੀ ਚੀਜ਼ ਵੀ ਨਹੀਂ ਹੈ, ਕਿਉਂਕਿ ਜਿਸ ਹਿਸਾਬ ਦੇ ਚਲੋ ਹਮਲਾ ਹੋਇਆ ਸੀ ਜੋ ਵੀ ਹੈ ਨਾ। ਤਾਂ ਇਸ ਤਰੀਕੇ ਨੇ ਜੇ ਆਪਾਂ ਇਤਿਹਾਸ ਹੈ ਜਿਹੜਾ ਆਪਣਾ ਸਾਂਭਾਂਗੇ ਨਹੀਂ, ਜਾਂ ਪਿਛਲੇ ਸਾਲ ਜਿਹੜਾ ਮੁੱਦਾ ਚੱਲਿਆ ਸੀਗਾ ਵੀ ਬਾਬਾ ਖੜਕ ਸਿੰਘ ਮਤਲਬ ਸ਼ੇਰੇ ਪੰਜਾਬ ਦੇ ਜਿਹੜੇ ਸਪੁੱਤਰ ਸੀਗੇ ਖੜਕ ਸਿੰਘ ਜੀ ਹੋਰਾਂ ਨੇ ਜਿਹੜੀ ਇੱਕ ਦਰਸ਼ਨੀ ਡਿਊਟੀ ਬਣਾਈ ਸੀ ਤਰਨ ਸਾਹਿਬ ਗੁਰਦੁਆਰੇ, ਹਾਂਜੀ, ਤਾਂ ਉਹਨੂੰ ਮਤਲਬ ਢਾਉਣ ਦਾ ਮਸਲਾ ਵੀ ਚੱਲਿਆ ਸੀਗਾ ਲਾਸਟ ਈਅਰ ਹੀ ਸ਼ਾਇਦ। ਆਈ ਥਿੰਕ ਉਹਨੂੰ ਢਾਹ ਵੀ ਦਿੱਤਾ ਗਿਆ ਹੈ ਮੈਨੂੰ ਲੱਗਦਾ ਹੈ, ਕਿਉਂਕਿ ਮੈਂ ਆਈ ਥਿੰਕ ਕੱਲ ਜਾਂ ਪਰਸੋਂ ਦੀ ਨਿਊਜ਼ 'ਚ ਦੇਖ ਰਿਹਾ ਸੀ ਕਿ ਸ਼ਾਇਦ ਉਸ ਨੂੰ ਪੂਰਾ ਡਿਮੋਲਿਸ਼ ਕਰ ਦਿੱਤਾ ਗਿਆ ਹੈ। ਸੋ ਇਹ ਵੀ ਬੜਾ ਦੁਖਦਾਈ ਹੈ ਸਾਡੇ ਵਾਸਤੇ। ਦੇਖੋ ਉਹ ਇਦਾਂ ਸੀਗਾ ਵੀ ਉਹ ਵੀ ਜਿਹੜਾ ਉਹਨੂੰ ਅੱਧਾ ਢਾਹ ਦਿੱਤਾ ਸੀ, ਬਟ ਮੌਕੇ ਤੇ ਜਿਹੜੀ ਸੰਗਤ ਉੱਥੇ ਪਹੁੰਚੀ, ਫਿਰ ਸੰਗਤ ਨੇ ਜਾ ਕੇ ਜਿਹੜਾ ਵਿਰੋਧ ਕੀਤਾ ਤੇ ਉਹ ਕੰਮ ਰਖਵਾਇਆ। ਤਾਂ ਉਹ ਇਹ ਦੇਖੋ ਕਿ ਉਹ ਇੱਕੋ ਇੱਕ ਨਿਸ਼ਾਨੀ ਸੀਗੀ ਤਰਨ ਸਾਹਿਬ ਗੁਰਦੁਆਰੇ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਵੇਲੇ ਦੀ। ਹੁਣ ਉਸ ਨਿਸ਼ਾਨੀ ਨੂੰ ਸਾਂਭ ਕੇ ਰੱਖਣਾ, ਦੇਖੋ ਇਹਦੇ ਵਿੱਚ ਇਹ ਹੁੰਦਾ ਕਿ ਦੇਖੋ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਹਰ ਇੱਕ ਚੀਜ਼ ਹੈ ਜਿਹੜੀ ਜੇ ਇਤਿਹਾਸ ਸੰਭਾਲਣਾ ਹੋਵੇ ਨਾ ਤਾਂ ਦੁਬਾਰਾ ਤਿਆਰ ਕੀਤੀ ਜਾ ਸਕਦੀ ਹੈ। ਜੇਕਰ ਆਪਾਂ ਨਾਨਕਸ਼ਾਹੀ ਇੱਟਾਂ ਦੀ ਗੱਲ ਕਰੀਏ ਜਾਂ ਚੂਨਾ ਪੱਥਰ ਦੀ ਗੱਲ ਕਰੀਏ ਨਾ, ਤਾਂ ਉਹ ਇਹੋ ਜਿਹੇ ਸਾਧਨ ਸੰਗਤ ਹੀ ਪ੍ਰੋਵਾਈਡ ਕਰਵਾ ਦੇਵੇਗੀ ਕਿ ਬਹੁਤ ਸਾਰੇ ਸੱਜਣ ਇਹੋ ਜਿਹੇ ਹੈਗੇ ਆ ਕਿ ਜੇਕਰ SGPC ਪਹਿਲ ਕਦਮ ਕਰੇ ਨਾ ਕਿ ਸਾਨੂੰ ਜਿਹੜਾ ਸਾਧਨ ਮੁਹੱਈਆ ਕਰਵਾਓ, ਤੇ ਅਸੀਂ ਜਿਹੜਾ ਇਤਿਹਾਸ ਨੂੰ ਦੁਬਾਰਾ ਨਵੀਂ ਜਿਹੜਾ ਸਾਂਭਾਂਗੇ ਵੀ ਉਸੇ ਸ਼ੇਪ ਦੇ ਵਿੱਚ, ਕਿ ਜਿਹੜੀ ਪੁਰਾਣੀ ਜਿਹੜੀ ਨਾਨਕਸ਼ਾਹੀ ਇੱਟਾਂ ਵਾਲੀ ਹੈ। ਤਾਂ ਸੰਗਤ ਸਿੱਖ ਬੜੇ ਤੋਂ ਬੜੇ ਬੈਠੇ ਨੇ, ਦਰਬਾਰ ਸਾਹਿਬ ਲਈ ਬਹੁਤ ਕੁਝ ਕਰ ਸਕਦੇ ਨੇ, ਕਿਉਂਕਿ ਸਿੱਖਾਂ ਦਾ ਜਿਹੜਾ ਆਪਣੇ ਧਰਮ ਨਾਲ ਜਿਹੜਾ ਪਿਆਰ ਹੈ ਉਹ ਇੱਕ ਵੱਖਰਾ ਆ। ਹਾਂਜੀ, ਇੱਥੇ ਮੈਂ ਇੱਕ ਗੱਲ ਦੱਸਣਾ ਚਾਹਾਂਗਾ, ਆਪਣੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਕਈ ਲੋਕ ਸੋਚਦੇ ਹੋਣਗੇ ਜਾਂ ਮਤਲਬ ਕਹਿੰਦੇ ਹੋਣਗੇ ਕਿ ਅਗਰ ਕੋਈ 200 ਸਾਲ ਪੁਰਾਣੀ ਇਮਾਰਤ ਹੈ ਤਾਂ ਉਸ ਦੀ ਰੱਖ ਰਖਾਵ ਕਿੱਦਾਂ ਹੋਏਗਾ, ਅਗਰ ਉਹ ਮਤਲਬ ਉਹ ਡੇਂਜਰਸ ਵੀ ਹੋ ਸਕਦੀ ਹੈ ਕਿਸੇ ਲਈ ਕਿ ਡਿੱਗ ਸਕਦੀ ਹੈ। ਸੋ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਦੇਸ਼ ਦੇ ਵਿੱਚ ਇਹੋ ਜਿਹੇ ਮੰਦਿਰ, ਇਹੋ ਜਿਹੇ ਕਈ ਸਾਈਟਸ ਅਵੇਲੇਬਲ ਨੇ ਜੋ ਪਿਛਲੇ ਕਈ ਹਜ਼ਾਰਾਂ ਸਾਲ ਤੋਂ ਨੇ। ਤੇ ਕੁਤੁਬ ਮੀਨਾਰ ਦੇਖੀ ਤਾਂ ਉਹ ਕਈ ਸਾਲਾਂ ਪੁਰਾਣਾ ਬਣਿਆ ਤੇ ਅੱਜ ਵੀ ਉਹ ਆਪਣੀ ਜਗ੍ਹਾ ਤੇ ਖੜਾ ਹੈ, ਕਿਉਂਕਿ ਉਹਦੀ ਰੱਖ ਰਖਾਵ ਹੋ ਰਹੀ ਹੈ, ਉਸ ਦੀ ਸੰਭਾਲ ਹੋ ਰਹੀ ਹੈ। ਕਈ ਸਾਡੇ ਮੰਦਿਰ ਨੇ, ਕਈ ਸਾਡੇ ਹੋਰ ਵੀ ਇਹੋ ਜਿਹੀਆਂ ਪਲੇਸਿਸ ਨੇ ਜੋ ਹਜ਼ਾਰਾਂ ਸਾਲ ਪੁਰਾਣੀਆਂ ਨੇ, ਬਟ ਉਹਨਾਂ ਦੇ ਰੱਖ ਰਖਾਵ ਕਰਕੇ ਹੀ ਅੱਜ ਉਹ ਅਵੇਲੇਬਲ ਨੇ, ਅਸੀਂ ਅੱਜ ਉਹਨਾਂ ਨੂੰ ਵਿਜ਼ਿਟ ਕਰ ਸਕਦੇ ਹਾਂ। ਸੋ ਸਾਨੂੰ ਇਹੋ ਜਿਹੀਆਂ ਹੀ ਚੀਜ਼ਾਂ ਆਪਣੇ ਸਿੱਖੀ ਦੇ ਵਿੱਚ ਵੀ ਦੇਖਣੀਆਂ ਚਾਹੀਦੀਆਂ ਨੇ ਕਿ ਜਿਹੜੇ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਕਈ ਸਾਈਟਸ ਨੇ, ਉਹਨਾਂ ਨੂੰ ਵੀ ਸਾਨੂੰ ਆਪਾਂ ਨੂੰ ਬਚਾਉਣਾ ਚਾਹੀਦਾ ਹੈਗਾ ਹੈ। ਜੀ ਬਿਲਕੁਲ, ਮੈਂ ਤੁਹਾਨੂੰ ਹੁਣ ਇੱਥੇ ਇੱਕ ਜਿਹੜੀ ਇੱਕ ਪੁਆਇੰਟ ਦੱਸ ਦਿਆਂ ਕਿ ਇਸ ਚੀਜ਼ ਦਾ ਨਾ ਦੇਖੋ ਆਪਾਂ ਨੂੰ, ਜਿਵੇਂ ਯੂਰਪ ਦੇ ਵਿੱਚ ਮੈਂ ਰਹਿ ਕੇ ਆਇਆ ਯੂਰਪ ਦੇ ਵਿੱਚ, ਤਾਂ ਸਾਨੂੰ ਜਿਹੜਾ ਯੂਰਪ ਤੋਂ ਥੋੜ੍ਹੀ ਜਿਹੀ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜਾ ਨਾ ਉਹ ਆਪਣੇ ਇਤਿਹਾਸ ਨੂੰ ਕਿੱਦਾਂ ਸੰਭਾਲ ਕੇ ਰੱਖ ਰਹੇ ਆ। ਬੇਸ਼ੱਕ ਉਹਨਾਂ ਦਾ ਕੋਈ ਦੇਖੋ ਸਾਡਾ ਤਾਂ ਜਿਹੜਾ ਸਿੱਖਾਂ ਦਾ ਤਾਂ ਇਤਿਹਾਸ ਹੀ ਕੋਈ ਬਾਹਲਾ ਪੁਰਾਣਾ ਨਹੀਂ, 500 ਸਾਲ ਦਾ ਇਤਿਹਾਸ ਆ, ਸਾਡੇ ਲਈ ਸਾਂਭਣਾ ਕੋਈ ਔਖਾ ਨਹੀਂ ਹੈ। ਜਿਵੇਂ ਕਿ ਯੂਰਪ ਦੇ ਵਿੱਚ ਉਹ ਆਪਣੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਨੂੰ ਸਾਂਭ ਕੇ ਰੱਖ ਰਹੇ, ਤਾਂ ਆਪਣੇ ਲਈ ਜਿਹੜਾ ਆ ਇੱਥੇ ਜਿਵੇਂ ਆਪਣੀ ਸਿਰਮੌਰ ਸੰਸਥਾ SGPC ਲਈ ਕੋਈ ਮੇਰੇ ਖਿਆਲ ਦੇ ਵਿੱਚ ਨਹੀਂ ਕੋਈ ਬਾਹਲਾ ਔਖਾ ਹੈਗਾ ਵੀ ਕੋਈ ਜਿਹੜੀਆਂ ਸਾਡੀਆਂ ਇਮਾਰਤਾਂ ਨੂੰ ਸਾਂਭ ਕੇ ਰੱਖਣ। ਤਾਂ ਮੈਨੂੰ ਲੱਗਦਾ ਕਿ ਸਾਂਭ ਕੇ ਰੱਖਣਾ ਚਾਹੀਦਾ ਆ। ਜਿਵੇਂ ਸ਼ਾਇਦ ਇੰਡੀਆ ਦੇ ਵਿੱਚ ਵੀ ਤੁਸੀਂ ਗੱਲ ਕਰ ਰਹੇ ਸੀ ਕਿ ਵੀ ਇੰਡੀਆ ਦੇ ਵਿੱਚ ਵੀ ਜਿਸ ਤਰ੍ਹਾਂ ਮੈਂ ਦੱਸਣਾ ਚਾਹਾਂਗਾ ਕਿ ਇਸਰੋ ਜਿਹੜੀ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਆ, ਉਸ ਤੋਂ ਬਾਅਦ ਕਿਸੇ ਦੀ ਰੈਪੂਟੇਸ਼ਨ ਹੈਗੀ ਆ ਆਰਗੇਨਾਈਜੇਸ਼ਨ ਦੀ, ਤੇ ਉਹ ਹੈਗੀ ਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ। ਸੋ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਬਹੁਤ ਹੀ ਜ਼ਿਆਦਾ ਰਿਸਪੈਕਟ ਆ ਆਲ ਓਵਰ ਦਾ ਵਰਲਡ, ਕਿਉਂਕਿ ਉਹਨਾਂ ਨੇ ਇਹੋ ਜਿਹੀਆਂ ਫਾਈਂਡਿੰਗਸ ਕੀਤੀਆਂ ਨੇ ਜੋ ਕਿ ਦੁਨੀਆ ਦੇ ਕਿਸੇ ਹੋਰ ਆਰਕੀਓਲੋਜੀਕਲ ਸਾਈਟਸ ਵਾਲੇ ਮਤਲਬ ਸਰਵੇਜ਼ ਵਾਲਿਆਂ ਨੇ ਨਹੀਂ ਕੀਤੀਆਂ। ਈਵਨ ਕਿ ਬਾਹਰ ਦੀ ਕੰਟਰੀਜ਼ ਜਿੱਦਾਂ ਮਲੇਸ਼ੀਆ ਹੋ ਗਿਆ, ਥਾਈਲੈਂਡ ਹੋ ਗਿਆ, ਇੰਡੋਨੇਸ਼ੀਆ ਹੋ ਗਿਆ, ਕੰਬੋਡੀਆ ਹੋ ਗਿਆ, ਇਹ ਕੰਟਰੀਜ਼ ਵੀ ਸਾਡੇ ਹੀ ਆਰਕੀਓਲੋਜੀਕਲ ਜਿਹੜੇ ਰਿਸਰਚਰਸ ਹੈਗੇ ਨੇ ਉਹਨਾਂ ਨੂੰ ਬੁਲਾਉਂਦਾ ਆਪਣੇ ਦੇਸ਼ ਦੇ ਵਿੱਚ, ਤੇ ਉਹਨਾਂ ਨੂੰ ਕਹਿੰਦਾ ਕਿ ਐਕਸਕੇਵੇਟ ਕਰੋ ਸਾਈਟਸ ਨੂੰ ਤੇ ਸਾਨੂੰ ਫਾਈਂਡਿੰਗਸ ਦੱਸੋ ਕਿ ਕੀ ਹੈਗੀਆਂ ਨੇ। ਸੋ ਹੁਣ ਵੀ ਜਿਸ ਤਰ੍ਹਾਂ ਕਿ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਸਾਡੇ SGPC ਨੇ ਅਪਰੋਚ ਕੀਤਾ ਹੈ ਆਰਕੀਓਲੋਜੀਕਲ ਸਾਈਟ ਸਰਵੇ ਆਫ ਇੰਡੀਆ ਨੂੰ, ਤੇ ਹੁਣ ਦੇਖਦੇ ਹਾਂ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਆ ਕੇ ਆਪਣੀ ਕੀ ਫਾਈਂਡਿੰਗਸ ਦੱਸਦਾ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਸਿੰਪਲ ਜੀ ਥੋੜੀ ਜਿਹੀ ਆਰਕੀਟੈਕਚਰ ਪੁਆਇੰਟ ਆਫ ਵਿਊ ਦੇ ਨਾਲ ਦੱਸਣਾ ਚਾਹਾਂਗਾ ਕਿ ਜੋ ਫੋਟੋਜ਼ ਦੇ ਵਿੱਚ ਕਲੀਅਰਲੀ ਦਿਖ ਰਿਹਾ ਹੈ, ਜਿਹੜੀਆਂ ਆਰਕਸ ਬਣੀਆਂ ਹੋਈਆਂ ਨੇ, ਉਹ ਜਿਹੜੀਆਂ ਆਰਕਸ ਦਾ ਡਿਜ਼ਾਈਨ ਸੀ ਸਟਾਰਟ ਹੋਇਆ ਸੀ ਸਲੇਵ ਡਾਇਨੈਸਟੀ ਤੋਂ। ਜਦੋਂ ਖਿਲਜੀ ਆਇਆ ਸੀ ਪਹਿਲੀ ਵਾਰ
ਆਪਣੇ ਦੇਸ਼ ਦੇ ਵਿੱਚ, ਤੇ ਇਹ ਉਹਨਾਂ ਨੇ ਆਰਕ ਦਾ ਡਿਜ਼ਾਈਨ ਉਦੋਂ ਲੈ ਕੇ ਆਇਆ ਸੀ ਇੰਡੀਆ ਦੇ ਵਿੱਚ। ਸੋ ਉਹੀ ਆਰਕ ਦੇ ਡਿਜ਼ਾਈਨ ਅਸੀਂ ਦੇਖ ਸਕਦੇ ਹਾਂ ਕਿ ਕਈ ਮੌਸਕ ਦੇ ਵਿੱਚ ਨੇ, ਕੁਤੁਬ ਮੀਨਾਰ ਦੇ ਜਿਹੜਾ ਕੰਪਾਊਂਡ ਹੈਗਾ ਵਾ ਉਸ ਦੇ ਵਿੱਚ ਵੀ ਉਹੀ ਆਰਕਸ ਅਵੇਲੇਬਲ ਨੇ। ਸੋ ਇਹ ਸਾਈਟ ਉਦੋਂ ਤੋਂ ਸਟਾਰਟ ਹੋ ਗਿਆ ਸੀ, ਤੇ ਆਰਕਸ ਦਾ ਜਿਹੜਾ ਕੰਸਟਰਕਸ਼ਨ ਆ ਉਸ ਤੋਂ ਬਾਅਦ ਹਰ ਜਨਰੇਸ਼ਨ ਵਾਈਜ਼, ਜਿੱਦਾਂ ਲੋਧੀ ਡਾਇਨੈਸਟੀ ਆਈ, ਉਸ ਤੋਂ ਬਾਅਦ ਹੋਰ ਵੀ ਕਈ ਡਾਇਨੈਸਟੀ ਆਈ, ਜਿੱਦਾਂ ਮੁਗਲ ਡਾਇਨੈਸਟੀ ਆਈ, ਇਹਨਾਂ ਨੇ ਸਾਰਿਆਂ ਨੇ ਕਾਪੀ ਕੀਤਾ, ਆਪਣੇ ਆਪ ਦੇ ਨਾਲ ਇਨਕਲਕੇਟ ਕੀਤਾ ਕਿ ਉਹਨਾਂ ਨੇ ਆਪਣੇ ਹੀ ਜਿਸ ਤਰ੍ਹਾਂ ਕੰਸਟਰਕਸ਼ਨਸ ਦੇ ਟੈਕਨੀਕਸ ਨੂੰ ਯੂਜ਼ ਕਰਨਾ ਸਟਾਰਟ ਕੀਤਾ ਤੇ ਆਪਣੇ ਆਪ ਨੂੰ ਇੰਪਰੂਵ ਕਰਕੇ ਨਵੀਂ ਚੀਜ਼ਾਂ ਕੀਤੀਆਂ। ਸੋ ਉੱਦਾਂ ਸਿੱਖਾਂ ਨੇ ਵੀ ਕਈ ਚੀਜ਼ਾਂ ਨੇ ਜਿਹੜੀਆਂ ਕਿ ਦੂਸਰੀ ਆਪਾਂ ਧਰਮਾਂ ਤੋਂ ਕਹਿ ਲਓ ਜਾਂ ਫਿਰ ਆਪਾਂ ਕਹਿ ਲਓ ਕਿ ਦੂਸਰੇ ਰੀਜਨ ਦੇ ਲੋਕਾਂ ਤੋਂ ਅਸੀਂ ਅਡਾਪਟ ਕੀਤੀਆਂ ਤੇ ਉਸ ਨੂੰ ਆਪਾਂ ਆਪਣੇ ਧਰਮਾਂ ਦੇ ਵਿੱਚ, ਆਪਣੇ ਸਟਰਕਚਰਸ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਇਨਕਲੂਡ ਕੀਤਾ। ਸੋ ਹੁਣ ਦੇਖਦੇ ਹਾਂ ਕਿ ਆਰਕੀਓਲੋਜੀਕਲ ਜਿਹੜਾ ਸਰਵੇ ਹੈਗਾ ਭਾਜੀ, ਕਿ ਉਸ ਦਾ ਕੀ ਫਾਈਂਡਿੰਗਸ ਹੁੰਦੀਆਂ ਨੇ। ਹੁਣ ਜਦੋਂ ਵੀ ਆਏਗੀ, ਸੋ ਆਪਾਂ ਵੀ ਜਿਹੜੀ ਅਸੀਂ ਕਰ ਰਹੇ ਹਾਂ, ਅਸੀਂ ਇੱਕ ਧਾਰਨਾ ਬੇਸ ਤੇ ਕਰ ਰਹੇ ਹਾਂ ਕਿ ਸਾਡਾ ਸ਼ਾਇਦ ਇਹ ਇਤਿਹਾਸ ਹੋ ਸਕਦਾ ਹੈ ਕਿ ਜੋ ਸਾਨੂੰ ਆਪਣੇ ਇਤਿਹਾਸ ਦੇ ਵਿੱਚ ਮਿਲਦਾ ਹੈ ਉਸ ਦੇ ਬੇਸ ਤੇ ਅਸੀਂ ਕਹਿ ਰਹੇ ਹਾਂ। ਬਟ ਜਿਹੜਾ ਫਾਈਨਲ ਡਿਸੀਜਨ ਹੋਏਗਾ ਉਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਹੀ ਹੋਏਗਾ। ਅਗਰ ਦੇਖਦੇ ਹਾਂ ਬਾਕੀ, ਅਗਰ ਇਹ ਰਿਲੀਜੀਅਸ ਸਾਈਟ ਰਹੇਗੀ, ਸੋ ਅਗਰ ਇਹ ਤੇ ਰਿਲੀਜੀਅਸ ਸਾਈਟ ਰਹੀ ਤੇ ਇਹ ਦਰਬਾਰ ਸਾਹਿਬ ਜਾਂ SGPC ਦੇ ਅੰਡਰ ਚੱਲੇ ਜਾਏਗਾ। ਅਗਰ ਇਹ ਰਿਲੀਜੀਅਸ ਸਾਈਟ ਨਹੀਂ ਨਿਕਲਦੀ ਜਾਂ ਕੋਈ ਹੋਰ ਐਂਗਲ ਨਿਕਲਦਾ ਹੈ ਤੇ ਫਿਰ ਦੇਖਣਾ ਪਵੇਗਾ ਕਿ ਜਿਹੜੀ ਸਾਡੇ ਅੰਦਰ, ਮਤਲਬ ਜਿਹੜੀ ਜ਼ਮੀਨ ਦੇ ਅੰਦਰ ਇਹ ਸੁਰੰਗਾਂ ਮਿਲੀਆਂ ਨੇ ਜਾਂ ਰੂਮਸ ਮਿਲੇ ਨੇ, ਇਹਨਾਂ ਦਾ ਰੱਖ ਰਖਾਵ ਕੌਣ ਕਰੇਗਾ। ਕਿਉਂਕਿ ਅਗਰ ਕੋਈ ਵੀ ਚੀਜ਼ ਸਾਨੂੰ ਜ਼ਮੀਨ ਦੇ ਅੰਦਰ ਮਿਲਦੀ ਆ ਤੇ ਉਸ ਦਾ ਰੱਖ ਰਖਾਵ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਉਹ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਹੁੰਦੀ ਹੈ। ਸੋ ਹੁਣ ਬਾਕੀ ਦੇਖਦੇ ਹਾਂ ਫਾਈਨਲ ਰਿਪੋਰਟ ਦੇ ਵਿੱਚ ਕੀ ਆਉਂਦਾ ਹੈ। ਹਾਂਜੀ, ਇੱਥੇ ਮੈਂ ਤੁਹਾਡੀ ਗੱਲ ਨਾਲ ਮੇਰੇ ਨਾਲ ਇੱਕ ਗੱਲ ਦਿਮਾਗ ਵਿੱਚ ਆ ਗਈ ਕਿ ਜਿਹੜੀ ਗੁਰੂ ਸਾਹਿਬ ਨੇ ਜਿਹੜੀ ਜ਼ਮੀਨ ਸੀ ਨਾ, ਜੋ ਦਰਬਾਰ ਸਾਹਿਬ ਕੰਪਲੈਕਸ ਜਿੱਥੇ ਸਥਿਤ ਹੈ, ਮਤਲਬ ਜਿੱਥੇ ਅੰਮ੍ਰਿਤਸਰ ਨਗਰ ਵਸਾਇਆ ਸੀਗਾ, ਤਾਂ ਇਹ ਜਿਹੜੀ ਜ਼ਮੀਨ ਆ ਗੁਰੂ ਸਾਹਿਬ ਨੇ ਖੁਦ ਖਰੀਦੀ ਸੀ ਆਸ-ਪਾਸ ਦੇ ਸਰਦਾਰਾਂ ਪਾਸੋਂ। ਤਾਂ ਫਿਰ ਜਿਹੜਾ ਇਹ ਨਗਰ ਜਿਹੜਾ ਇਹ ਵਸਾਇਆ ਸੀਗਾ, ਤਾਂ ਇੱਥੋਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਜਿਹੜਾ ਮਤਲਬ ਮੈਂ ਆਪਣੇ ਜਿੰਨੀ ਕੁ ਮੈਨੂੰ ਹਿਸਟਰੀ ਦੀ ਨੌਲੇਜ ਆ ਜਾਂ ਮੈਂ ਪੜ੍ਹਦਾ, ਤਾਂ ਮੈਂ ਇਹ ਕਹਿ ਸਕਦਾ ਕਿ ਜਿਹੜੀ ਇਹ ਜ਼ਮੀਨ ਦੇ ਅੰਦਰੋਂ ਇਮਾਰਤਾਂ ਮਿਲੀਆਂ ਤਾਂ ਇਹ ਸਿੱਖ ਧਰਮ ਨਾਲ ਜਾਂ ਸਿੱਖ ਸਰਦਾਰਾਂ ਨਾਲ ਰਿਲੇਟਡ ਹੀ ਹੋਣਗੀਆਂ। ਨਹੀਂ, ਮੇਰਾ ਮਤਲਬ ਕਹਿਣ ਦਾ ਭਾਵ ਇਹ ਹੈ ਕਿ ਸ਼ਾਇਦ ਕੋਈ ਗਲਤ ਵੀ ਨਾ ਲੈ ਲੈ, ਮੈਂ ਇੱਥੇ ਕਲੀਅਰ ਕਰਨਾ ਚਾਹਾਂਗਾ ਕਿ ਲਾਈਕ ਉਹ ਇਮਾਰਤਾਂ, ਮੈਂ ਇਹ ਕਹਿ ਰਿਹਾ ਕਿ ਉਹ ਸਿੱਖਾਂ ਦੀਆਂ ਹੀ ਹੋਣਗੀਆਂ। ਮੈਂ ਜਸਟ ਕਹਿ ਰਿਹਾ ਕਿ ਜਿਹੜਾ ਆਪਾਂ ਆਰਕ ਦਾ ਡਿਜ਼ਾਈਨ ਆ ਇਹ ਸਾਨੂੰ ਬਾਹਰੋਂ ਮਿਲਿਆ ਤੇ ਉਹ ਅਸੀਂ ਆਪਣੇ ਆਪ ਦੇ ਵਿੱਚ ਇਨਕਲਕੇਟ ਕਰ ਲਿਆ ਤੇ ਆਪਾਂ ਆਪਣਾ ਹੁਣ ਆਰਕੀਟੈਕਚਰ ਦਾ ਜਿਹੜਾ ਸਾਡਾ ਫਾਰਮ ਆ ਉਹ ਅਲੱਗ ਹੋ ਗਿਆ। ਸੋ ਇਹ ਚੀਜ਼ਾਂ ਅਸੀਂ ਬਾਹਰੋਂ ਅਡਾਪਟ ਕੀਤੀਆਂ ਨੇ ਤੇ ਮੈਨੂੰ ਲੱਗਦਾ ਕਿ ਬੜੀ ਵਧੀਆ ਚੀਜ਼ ਹੁੰਦੀ ਹੈ ਕਿ ਆਪਾਂ ਅਗਰ ਕੋਈ ਚੀਜ਼ ਬਾਹਰੋਂ ਅਡਾਪਟ ਕਰਦੇ ਹਾਂ ਜਾਂ ਸਾਡੀ ਚੀਜ਼ਾਂ ਕੋਈ ਦੂਸਰਾ ਸਿੱਖ ਕੇ ਜਾਂਦਾ ਹੈ ਤੇ ਉਹ ਆਪਣੇ ਏਰੀਆ ਦੇ ਵਿੱਚ ਉਹਨੂੰ ਯੂਜ਼ ਕਰਦਾ ਹੈ। ਸੋ ਇੱਥੇ ਕੋਈ ਚੀਜ਼ ਦਾ ਮੈਂ ਕੰਟਰੋਵਰਸੀ ਨਹੀਂ ਚਾਹੁੰਦਾ ਕਿ ਇੱਥੇ ਕੋਈ ਮੁਗਲਾਂ ਨੇ ਬਣਾਇਆ ਜਾਂ ਕੋਈ ਆਪਾਂ ਕਿਸੇ ਤੇ ਕਬਜ਼ਾ ਕੀਤਾ, ਇਦਾਂ ਦਾ ਕੁਝ ਨਹੀਂ ਹੈ। ਮੈਂ ਜਸਟ ਕਹਿ ਰਿਹਾ ਹਾਂ ਕਿ ਇੱਕ ਆਰਕੀਟੈਕਚਰ ਦਾ ਫਾਰਮ ਸੀ ਜੋ ਅਸੀਂ ਅਡਾਪਟ ਕੀਤਾ ਹੈ ਬਾਹਰਲਿਆਂ ਤੋਂ। ਸੋ ਹੁਣ ਬਾਕੀ ਦੇਖਾਂਗੇ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਕੀ ਰਿਪੋਰਟ ਆਉਂਦੀ ਹੈ ਤੇ ਉਸ ਦੇ ਰਿਪੋਰਟ ਦੇ ਅਕੋਰਡਿੰਗ ਹੀ ਆਪਾਂ ਦੇਖ ਸਕਾਂਗੇ ਕਿ ਕੀ ਫਾਈਂਡਿੰਗਸ ਨੇ, ਇਹ ਜਿਹੜੀਆਂ ਬੁੰਗੇ ਹੈਗੇ ਨੇ ਜਾਂ ਫਿਰ ਕੋਈ ਇਮਾਰਤਾਂ ਅੰਦਰ ਨੇ, ਇਹਨਾਂ ਦਾ ਕੀ ਇਤਿਹਾਸ ਆ। ਸੋ ਆਪਾਂ ਦੇਖਾਂਗੇ ਕਿ ਹੁਣ ਇਹਨਾਂ ਦਾ ਫਿਊਚਰ ਪਰਸਪੈਕਟਿਵ ਕੀ ਹੋ ਸਕਦਾ ਕਿ ਆਪਾਂ ਇਹ ਇਮਾਰਤਾਂ ਨੇ ਇਹ SGPC ਦੇ ਕੰਟਰੋਲ ਅੰਡਰ ਰਹਿੰਦੀਆਂ ਜਾਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਜਿਹੜਾ ਹੈਗਾ ਉਹ ਆਪਣੇ ਕੰਟਰੋਲ 'ਚ ਲੈਂਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਹੋਣਗੀਆਂ ਤੇ ਨਾਲ ਦੇ ਨਾਲ ਮੈਂ ਕਹਿਣਾ ਚਾਹਾਂਗਾ ਕਿ ਇਹੋ ਜਿਹੇ ਜਿਹੜੇ ਸਟਰਕਚਰਸ ਨੇ ਉਹ ਸਿਰਫ ਇੱਕ ਹੀ ਜਗ੍ਹਾ ਅਵੇਲੇਬਲ ਨਹੀਂ ਹੈ, ਇਹ ਸਾਰੇ ਆਲ ਅਕ੍ਰੋਸ ਦਾ ਪੰਜਾਬ ਫੈਲੇ ਹੋਏ ਨੇ। ਸੋ ਸਾਨੂੰ ਇਹਨਾਂ ਨੂੰ ਵੀ ਦੇਖਣਾ ਚਾਹੀਦਾ ਤੇ ਆਪਾਂ ਨੂੰ ਫਿਊਚਰ ਬਾਰੇ ਵੀ ਇਹਨਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਇਹਨਾਂ ਦਾ ਫਿਊਚਰ ਕੀ ਹੋ ਸਕਦਾ ਹੈ। ਦੇਖੋ ਜੀ, ਫਿਊਚਰ ਦੇ ਵਿੱਚ ਜੋ ਮੈਂ ਪਰਸਨਲੀ ਆਪਣੀ ਧਾਰਨਾ ਰੱਖਦਾ ਕਿ ਫਿਊਚਰ ਦੇ ਵਿੱਚ ਬੇਸ਼ੱਕ ਇਹ ਇਮਾਰਤਾਂ, ਮਤਲਬ ਇਹਨਾਂ ਦਾ ਕੋਈ ਵੀ ਇਤਿਹਾਸ ਨਿਕਲਦਾ ਆ ਜਾਂ ਇਹ ਖੋਜ ਤੋਂ ਬਾਅਦ ਜੋ ਇਹਨਾਂ ਦੀ ਰਿਪੋਰਟ ਆਉਂਦੀ ਆ ਤਾਂ ਉਹ ਡਿਫਰੈਂਟ ਹੋ ਸਕਦੀ, ਪਰ ਇਹ ਹੈ ਤੇ ਇੱਕ ਇਤਿਹਾਸਕ ਇਮਾਰਤ ਕਿਉਂਕਿ ਇਹ ਪੁਰਾਣੀਆਂ ਇਮਾਰਤਾਂ ਆ। ਸੋ ਇਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਸਾਂਭ ਕੇ ਰੱਖਣਾ ਚਾਹੀਦਾ ਤੇ ਸੰਗਤ ਜੋ ਉੱਥੇ ਆਉਂਦੀ ਆ ਜਾਂ ਦੂਰੋਂ ਨੇੜੋਂ ਵਿਦੇਸ਼ਾਂ 'ਚੋਂ ਆਉਂਦੇ ਆ ਲੋਕ, ਤਾਂ ਉਹਨਾਂ ਦੇ ਦੇਖਣ ਲਈ ਜਿਹੜਾ ਆ ਇਹਦੀ ਖੋਜ ਰਿਪੋਰਟ ਤੋਂ ਬਾਅਦ ਇਹਦਾ ਜੋ ਵੀ ਇਤਿਹਾਸ ਹੋਊਗਾ ਉੱਥੇ ਇੱਕ ਮਤਲਬ ਬੋਰਡ ਵਗੈਰਾ ਲਾ ਕੇ ਜਾਂ ਜਿੱਦਾਂ ਵੀ ਉਹ ਚੰਗਾ ਲੱਗੂਗਾ ਉਹਨਾਂ ਨੂੰ, ਤਾਂ ਉਸ ਦੇ ਅਕੋਰਡਿੰਗ ਇਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ। ਤੇ ਨਾਲ ਹੀ ਮੈਂ ਕਹੂੰਗਾ ਕਿ ਪੰਜਾਬ ਦੇ ਵਿੱਚ ਹੋਰ ਵੀ ਬੜੀਆਂ ਇਮਾਰਤਾਂ ਜਿੱਦਾਂ ਕਿ ਆਪਾਂ ਗੱਲ ਕਰ ਰਹੇ ਸੀਗੇ ਕਿ ਪੱਟੀ ਦੇ ਵਿੱਚ ਜੋ ਕਿਲ੍ਹਾ ਹੈਗਾ ਤਾਂ ਉਹ ਜਿਹੜਾ ਅੱਜ ਇਸ ਟਾਈਮ ਉਹਦੀ ਹਾਲਤ ਬਹੁਤ ਮਾੜੀ ਆ। ਤਾਂ ਪੱਟੀ ਦੇ ਏਰੀਏ ਦੇ ਵਿੱਚ ਪੈਂਦਾ ਉਹ, ਜਿੱਥੇ ਕਿ ਆਪਾਂ ਗੱਲ ਕਰਦੇ ਹਾਂ ਕਿ ਜਿਵੇਂ ਆਪਣੇ ਇਤਿਹਾਸ ਦੇ ਵਿੱਚ ਬੀਬੀਆਂ ਦਾ ਜ਼ਿਕਰ ਆਉਂਦਾ ਕਿ ਜਿਨ੍ਹਾਂ ਨੇ ਨੇਜਿਆਂ ਦੇ ਉੱਪਰ ਪੁੱਤ ਟੰਗਾਏ ਤੇ ਆਪਣੇ ਗਲਾਂ ਦੇ ਵਿੱਚ ਟੋਟੇ ਪਵਾਏ, ਤਾਂ ਉਹ ਜਿਹੜੇ ਕਿਲ੍ਹਾ ਆ ਜਿੱਥੇ ਸਵਾ ਮਣ ਚੱਕੀ ਪੀਸੀ ਤੇ ਮੀਰ ਮੰਨੂ ਦੇ ਜ਼ੁਲਮ ਸਹੇ
ਤੇ ਜਿਵੇਂ ਕਹਿ ਦਿਓ ਵੀ ਅੱਧੀ ਅੱਧੀ ਰੋਟੀ ਖਾ ਕੇ ਜਿਹੜਾ ਗੁਜ਼ਾਰਾ ਕੀਤਾ ਬੀਬੀਆਂ ਨੇ ਸਾਡੀਆਂ ਨੇ, ਤਾਂ ਉਸ ਜਗ੍ਹਾ ਦੀ ਜਿਹੜੀ ਅੱਜ ਬਿਲਕੁਲ ਸੰਭਾਲ ਨਹੀਂ ਹੈਗੀ। ਜੇਕਰ ਅਸੀਂ ਜਾ ਕੇ ਦੇਖੀਏ ਤਾਂ ਮੈਂ ਪਿਛਲੇ ਸਮੇਂ ਦੇ ਵਿੱਚ ਜਾ ਕੇ ਦੇਖਿਆ ਵੀ ਉੱਥੇ ਬਹੁਤ ਹੀ ਘਾਹ ਉਗਰਿਆ ਹੋਇਆ ਆ ਜ਼ਿਆਦਾ, ਤੇ ਸੱਪਾਂ ਮਤਲਬ ਬਹੁਤ ਜ਼ਿਆਦਾ ਭੈੜੇ ਜਾਨਵਰ ਆ ਜਿਹੜੇ ਜਿਵੇਂ ਆ ਰਹਿੰਦੇ ਉੱਥੇ। ਤਾਂ ਉਸ ਚੀਜ਼ ਦੀ ਜਿਵੇਂ ਸੰਭਾਲ ਜ਼ਰੂਰੀ ਆ, ਕਿਉਂਕਿ ਉਹ ਸਾਡੇ ਜ਼ਿਕਰ ਵੀ ਆਉਂਦਾ ਆ ਕਿ ਇਤਿਹਾਸ ਦੇ ਵਿੱਚ ਇੰਨਾ ਜ਼ਿਆਦਾ ਅਹਿਮ ਸਥਾਨ ਹੈ, ਬਟ ਉਹਦੀ ਸੰਭਾਲ ਬਿਲਕੁਲ ਨਹੀਂ ਹੋ ਰਹੀ। ਤਾਂ ਉਹ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਇਮਾਰਤਾਂ ਪੰਜਾਬ ਦੇ ਵਿੱਚ, ਜਿਵੇਂ ਕਹਿ ਲਓ ਕਿ ਇੱਕ ਟੋਡਰਮਲ ਦੀ ਹਵੇਲੀ ਵੀ ਆ ਜਿਹੜੀ ਸਰਹੰਦ ਲਾਗੇ ਪੈਂਦੀ ਆ, ਠੀਕ ਆ। ਬੇਸ਼ੱਕ ਉਹਦਾ ਚਲੋ ਕੇਸ ਚੱਲ ਰਿਹਾ, ਕੋਈ ਹੈ ਇਸ਼ੂ ਸ਼ਾਇਦ ਹਾਈ ਕੋਰਟ ਦੇ ਵਿੱਚ ਚੱਲ ਰਿਹਾ, ਤੇ ਬਟ ਇਹੋ ਜਿਹੀਆਂ ਕਈ ਇਮਾਰਤਾਂ ਨੇ ਜਿਨ੍ਹਾਂ ਨੂੰ ਸਾਂਭਣ ਦੀ ਜ਼ਰੂਰਤ ਆ। ਅਤੇ ਫਿਊਚਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਸਾਨੂੰ ਇਹ ਚੀਜ਼ ਦੇ ਪ੍ਰਤੀ ਜੇ ਖੁਦ ਅਸੀਂ ਸੰਗਤ ਜਿਹੜੀ ਆ ਜਾਂ ਸਿੱਖ ਜਿਹੜੇ ਜਾਗਰੂਕ ਹੋਵਾਂਗੇ ਹੈ ਨਾ, ਤਾਂ ਫਿਰ ਹੀ ਜਿਹੜੀਆਂ ਸਾਡੀਆਂ ਸੰਸਥਾਵਾਂ ਵੀ ਕੰਮ ਕਰਨਗੀਆਂ। ਜੇਕਰ ਅਸੀਂ ਅਵੇਸਲੇ ਹੋ ਕੇ ਪਏ ਰਹੇ ਤਾਂ ਫਿਰ ਉਸ ਚੀਜ਼ ਨੂੰ ਜਿਹੜਾ ਮੈਨੂੰ ਲੱਗਦਾ ਕਿ ਸਾਡੀਆਂ ਸੰਸਥਾਵਾਂ ਵੀ ਉਸ ਤਰੀਕੇ ਨਾਲ ਹੀ ਢਲ ਜਾਂਦੀਆਂ। ਮੇਰਾ ਵੀ ਮੰਨਣਾ ਆਹੀ ਆ ਕਿ ਜਿੱਦਾਂ ਕੋਈ ਰਿਲੀਜੀਅਸ ਪਲੇਸ ਹੈਗੀ ਆ ਤੇ ਉਹ ਤੇ ਚਲੋ SGPC ਦੇ ਅੰਡਰ ਆ ਜਾਏਗੀ ਜਾਂ ਕੋਈ ਹੋਰ ਸੰਸਥਾ ਦੇ ਅੰਦਰ ਆ ਜਾਏਗੀ, ਤਾਂ ਉਹਦੀ ਧਾਰਮਿਕ ਮਾਨਤਾ ਹੋ ਜਾਏਗੀ। ਅਗਰ ਕੋਈ ਪਲੇਸ ਸਾਨੂੰ ਇਹੋ ਜਿਹੀ ਮਿਲ ਰਹੀ ਆ ਜਿਹਦੀ ਕੋਈ ਰਿਲੀਜੀਅਸ ਉਨੀ ਨਹੀਂ ਹੈਗੀ, ਮਾਨਤਾ ਨਹੀਂ ਹੈਗੀ, ਬਟ ਉਸਦੀ ਕਲਚਰਲੀ ਬਹੁਤ ਮਾਨਤਾ ਹੈਗੀ ਆ, ਜਾਂ ਫਿਰ ਜਦ ਆਪਾਂ ਗੱਲ ਅੱਗੇ ਕਰ ਰਹੇ ਸੀ ਕਿ ਗੋਰੀਲਾ ਵਾਰਫੇਅਰ ਵਾਸਤੇ ਸਾਡੀਆਂ ਸੁਰੰਗਾਂ ਦਾ ਇੱਕ ਸ਼ਾਇਦ ਨੈਟਵਰਕ ਹੋ ਸਕਦਾ ਹੈ ਪੰਜਾਬ ਦੀ ਜ਼ਮੀਨਾਂ ਦੇ ਅੰਦਰ। ਸੋ ਇਹੋ ਜਿਹੇ ਨੈਟਵਰਕਸ ਨੂੰ ਸਾਨੂੰ ਲੱਭਣਾ ਚਾਹੀਦਾ, ਅਤੇ ਇਹੋ ਜਿਹੀ ਚੀਜ਼ਾਂ ਟੂਰਿਸਟ ਅਟਰੈਕਸ਼ਨ ਦਾ ਬਹੁਤ ਬੜਾ ਮਤਲਬ ਇੱਕ ਪੁਆਇੰਟ ਮੇਨ ਬਣ ਜਾਂਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਅਗਰ ਦੇਖੀਏ ਤਾਂ ਟੂਰਿਸਟ ਪੁਆਇੰਟ ਬਹੁਤ ਹੀ ਲਿਮਿਟਡ ਨੇ। ਮਤਲਬ ਪੰਜਾਬ ਦੇ ਵਿੱਚ ਇੱਕ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਮੇਨ ਜਿਹੜਾ ਟੂਰਿਸਟ ਪੁਆਇੰਟ ਜਿਹੜਾ ਹੈਗਾ ਉਹ ਅੰਮ੍ਰਿਤਸਰ ਸਿਟੀ ਹੀ ਹੈ। ਉਸ ਤੋਂ ਇਲਾਵਾ ਜ਼ਿਆਦਾ ਅਟਰੈਕਸ਼ਨਸ ਨਹੀਂ ਹੈਗੀਆਂ। ਸਰਕਾਰ ਬੇਸ਼ੱਕ ਕੰਮ ਕਰ ਰਹੀ ਹੈ, ਅਲੱਗ-ਅਲੱਗ ਮਿਊਜ਼ੀਅਮਸ ਬਣਾ ਰਹੀ ਹੈ, ਅਲੱਗ-ਅਲੱਗ ਹੋਰ ਅਟਰੈਕਟਿਵ ਚੀਜ਼ਾਂ ਬਣਾ ਰਹੀ ਹੈ, ਬਟ ਮੇਨ ਲੋਕੀ ਅਗਰ ਕਿਸੇ ਨੂੰ ਵੀ ਆਪਾਂ ਦੂਸਰੀ ਸਟੇਟ ਦੇ ਵਾਲੇ ਨੂੰ ਕਹੀਏ ਤਾਂ ਉਹ ਕਹੇਗਾ ਕਿ ਪੰਜਾਬ ਮਤਲਬ ਸਿਰਫ ਕਹੇਗਾ ਕਿ ਦਰਬਾਰ ਸਾਹਿਬ ਜਾਣਾ ਜਾਂ ਵਾਹਗਾ ਬਾਰਡਰ ਜਾਣਾ। ਉਸ ਤੋਂ ਬਾਅਦ ਉਹਨੂੰ ਪਤਾ ਹੀ ਨਹੀਂ ਆ ਕਿ ਪੰਜਾਬ ਦੇ ਵਿੱਚ ਹੋਰ ਕਿਹੜੀ ਟੂਰਿਸਟ ਅਟਰੈਕਸ਼ਨਸ ਹੈਗੀਆਂ ਨੇ। ਸੋ ਮੇਰਾ ਤਾਂ ਮੰਨਣਾ ਇਹ ਹੈ ਕਿ ਅਗਰ ਆਪਾਂ ਇਹੋ ਜਿਹੇ ਸੁਰੰਗਾਂ ਦਾ ਨੈਟਵਰਕ ਲੱਭ ਲੈਂਦੇ ਹਾਂ ਜਾਂ ਫਿਰ ਸਾਨੂੰ ਮਿਲਦਾ ਵੀ ਹੈ, ਤੇ ਅਸੀਂ ਇਹਨਾਂ ਨੂੰ ਮਤਲਬ ਪ੍ਰੀਜ਼ਰਵ ਕਰਕੇ, ਇਹਨਾਂ ਨੂੰ ਦੁਬਾਰਾ ਰੈਨੋਵੇਟ ਕਰਕੇ ਤੇ ਲੋਕਾਂ ਵਾਸਤੇ ਅਟਰੈਕਸ਼ਨ ਖੋਲ ਸਕਦੇ ਹਾਂ, ਤੇ ਇਹ ਬੜੀ ਇੱਕ ਨਾ ਲਾਈਕ ਕਿਉਰਿਓਸਿਟੀ ਵੀ ਕ੍ਰੀਏਟ ਕਰ ਸਕਦਾ ਲੋਕਾਂ ਦੇ ਵਿੱਚ ਕਿ ਹਾਂ ਇਹੋ ਜਿਹਾ ਨੈਟਵਰਕ ਹੈ। ਸੋ ਲੋਕਾਂ ਨੇ ਜਿੱਦਾਂ ਵੀਅਤਨਾਮ ਵਾਰ ਬਾਰੇ ਪੜ੍ਹਿਆ ਹੋਏਗਾ, ਅਗਰ ਸਿੱਖ ਕੋਈ ਹੈਗਾ ਤੇ ਉਹਨਾਂ ਨੇ ਆਪਣੇ ਸਿੱਖਾਂ ਦੀ ਗੁਰੀਲਾ ਵਾਰ ਬਾਰੇ ਪੜ੍ਹਿਆ ਹੋਏਗਾ। ਸੋ ਇੱਕ ਉਹਨਾਂ ਦੇ ਮਨ ਦੇ ਅੰਦਰ ਜਿਗਿਆਸਾ ਜ਼ਰੂਰ ਉੱਠੇਗੀ ਕਿ ਹਾਂ ਮੈਨੂੰ ਇਹ ਚੀਜ਼ਾਂ ਦੇਖਣੀਆਂ ਜ਼ਰੂਰ ਹੈ, ਇਹ ਨੈਟਵਰਕ ਕੰਮ ਕਿੱਦਾਂ ਕਰਦਾ ਹੈ। ਸੋ ਲਾਈਕ ਇਹ ਲੋਕਾਂ ਨੂੰ ਨੌਲੇਜ ਦੇਣ ਦਾ ਵੀ ਕੰਮ ਕਰੇਗਾ, ਐਂਡ ਲੋਕਾਂ ਦੀ ਅਰਨਿੰਗ ਵੀ ਹੋਏਗੀ। ਜਿਹੜੇ ਸਪੌਟਸ 'ਤੇ ਇਹ ਹੋਏਗੀ, ਸੁਰੰਗਾਂ ਦਾ ਹੋਏਗਾ, ਜਾਲ ਹੋਏਗਾ, ਜਾਂ ਕਹਿ ਲਓ ਕੋਈ ਇਹੋ ਜਿਹਾ ਸਟਰਕਚਰ ਹੋਏਗਾ ਜਿੱਥੇ ਇਹਨਾਂ ਦੀ ਓਪਨਿੰਗ ਹੋਏਗੀ, ਸੋ ਉੱਥੇ ਦੇ ਲੋਕਾਂ ਦਾ ਵੀ ਰੈਵਨਿਊ ਜਨਰੇਟ ਹੋਏਗਾ। ਹੁਣ ਜਿੱਦਾਂ ਅੰਮ੍ਰਿਤਸਰ ਤੋਂ ਇਲਾਵਾ ਆਪਾਂ ਕਹੀਏ ਕਿ ਅਗਰ 50 ਕਿਲੋਮੀਟਰ ਦਾ ਵੀ ਕੋਈ ਨੈਟਵਰਕ ਹੈ ਦੂਰ ਤੱਕ ਦਾ, ਸੋ ਉਸ ਪੂਰੇ ਏਰੀਏ ਦਾ ਇੱਕ ਕਿ GDP ਦੇ ਵਿੱਚ ਕੰਟਰੀਬਿਊਟ ਕਰੇਗਾ, ਕਿ ਲੋਕ ਉੱਥੇ ਜਾਣਗੇ, ਲੋਕੀ ਆਪਣੇ ਪੈਸੇ ਖਰਚੇ ਕਰਨਗੇ। ਸੋ ਮੈਂ ਤਾਂ ਕਹਿੰਦਾ ਕਿ ਇਹ ਇੱਕ ਬੜਾ ਅਟਰੈਕਟਿਵ ਜੀ ਚੀਜ਼ ਆ ਕਿ ਅਗਰ ਇਹ ਚੀਜ਼ ਹੁੰਦੀ ਆ ਤੇ ਬਿਲਕੁਲ ਜੀ ਬਿਲਕੁਲ ਉਹੀ ਹੈ ਨਾ ਕਿ ਕਿਸੇ ਲਈ ਰੁਜ਼ਗਾਰ ਵੀ ਚੱਲ ਸਕਦਾ ਉੱਥੇ। ਕੋਈ ਬੰਦਾ ਮਤਲਬ ਉੱਥੇ ਕੁਝ ਫੂਡ ਦਾ ਕੰਮ ਕਰ ਸਕਦਾ, ਕੁਝ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਰੁਜ਼ਗਾਰ ਚੱਲ ਸਕਦਾ ਕਿਸੇ ਵੀ ਬੰਦੇ ਦਾ। ਕੋਈ ਗਰੀਬ ਬੰਦਾ ਇਸ ਦੇ ਵਿੱਚ ਜਿਹੜਾ ਕੰਮ ਕਰੂਗਾ ਜਾਂ ਉੱਥੇ ਕਿਸੇ ਨੂੰ ਨੌਕਰੀਆਂ ਲਈ ਜਿਹੜਾ ਆ ਮੌਕਾ ਮਿਲੂਗਾ ਕਿ ਉਹਨੂੰ ਸਾਂਭ ਸੰਭਾਲ ਲਈ, ਤਾਂ ਇਹ ਵਧੀਆ ਗੱਲ ਹੈ ਕਿ ਉਹ ਦੂਰੋਂ ਨੇੜਿਓਂ ਸੰਗਤ ਜਾਂ ਲੋਕ ਜਿਹੜੇ ਆਉਣਗੇ ਦੇਖਣ ਕਿ ਉਹਦੇ ਨਾਲ ਸਾਡੇ ਜਿਹੜੇ ਸਿੱਖ ਸਰਦਾਰਾਂ 'ਤੇ ਸਾਨੂੰ ਵੀ ਮਾਣ ਹੋਊਗਾ, ਅਤੇ ਲੋਕਾਂ ਨੂੰ ਵੀ ਦੇਖਣ ਦਾ ਮੌਕਾ ਮਿਲੇਗਾ ਕਿ ਵਾਕਈ ਜਿਹੜੇ ਆ ਉਹਨਾਂ ਦੀ ਨੀਤੀ ਜਾਂ ਸੁਰੰਗਾਂ ਨੂੰ ਲੈ ਕੇ ਕਹਿ ਲਓ ਜਾਂ ਕਿਵੇਂ ਦੀ ਮਤਲਬ ਪੰਜਾਬ ਦਾ ਸਟਰਕਚਰ ਸੀਗਾ ਪੁਰਾਣਾ। ਤਾਂ ਇਹ ਵਧੀਆ ਗੱਲ ਹੈ ਕਿ ਹਾਂਜੀ ਜੋ ਇਸ ਰਿਲੇਟਡ ਕੰਮ ਹੋਣੇ ਚਾਹੀਦੇ ਆ। ਸੋ ਅੱਜ ਦੀ ਪੋਡਕਾਸਟ ਦੇ ਵਿੱਚ ਅਸੀਂ ਆਹੀ ਚੀਜ਼ਾਂ ਦਾ ਡਿਸਕਸ਼ਨ ਕਰ ਰਹੇ ਸੀ ਕਿ ਜੋ ਆਪਣੇ ਦਰਬਾਰ ਸਾਹਿਬ ਦੇ ਕੰਪਾਊਂਡ ਦੇ ਵਿੱਚ ਜਿਹੜੇ ਸਾਨੂੰ ਸਟਰਕਚਰਸ ਮਿਲੇ ਨੇ, ਉਹਨਾਂ ਦਾ ਇਤਿਹਾਸ ਕੀ ਆ, ਪ੍ਰੈਜ਼ੈਂਟ ਇਸ਼ੂ ਕੀ ਆ, ਅਤੇ ਫਿਊਚਰ ਦੇ ਕੀ ਪਰਸਪੈਕਟਿਵ ਹੋ ਸਕਦੇ ਆ, ਆਪਾਂ ਕਿੱਦਾਂ ਉਹਨਾਂ ਨੂੰ ਲੈ ਕੇ ਜਾ ਸਕਦੇ ਹਾਂ। ਸੋ ਇਹ ਸਾਡੀ ਡਿਸਕਸ਼ਨ ਸੀ। ਮੈਂ ਉਮੀਦ ਕਰਾਂਗਾ ਕਿ ਅਗਰ ਸਾਡੇ ਕੋਲ ਕੋਈ ਇਹੋ ਜਿਹੀ ਗੱਲ ਕਹਿ ਦਿੱਤੀ ਗਈ ਹੋਵੇਗੀ ਜਾਂ ਮੇਰੇ ਕੋਲ ਕਹਿ ਦਿੱਤੀ ਹੋਗੀ ਜਾਂ ਮਹਿਕ ਭਾਜੀ ਉਹਨਾਂ ਵੱਲੋਂ ਕਹਿ ਦਿੱਤੀ ਹੋਗੀ, ਸੋ ਮੈਂ ਉਸ ਦੀ ਤੁਹਾਡੇ ਕੋਲ ਮਾਫੀ ਚਾਹਾਂਗਾ ਕਿ ਸਾਡਾ ਇਸ ਦਾ ਕੋਈ ਮੰਤਵ ਨਹੀਂ ਹੈ ਕਿ ਤੁਹਾਡੇ ਜਿਹੜੇ ਕੋਈ ਸੈਂਟੀਮੈਂਟਸ ਹੈਗੇ ਨੇ, ਚਾਹੇ ਉਹ ਰਿਲੀਜੀਅਸ ਹੋਣ ਚਾਹੇ ਕਿਸੇ ਕਲਚਰ ਦੇ ਹੋਣ, ਸਾਡਾ ਕੋਈ ਉਹਨਾਂ ਨੂੰ ਹਰਟ ਕਰਨ ਦਾ ਮੰਤਵ ਨਹੀਂ ਹੀ। ਸੋ ਅਗਰ ਕੋਈ ਹੋ ਗਈ ਹੋਗੀ ਭੁੱਲ ਚੁੱਕ ਦੇ ਵਿੱਚ ਤੇ ਸਾਨੂੰ ਉਸ ਚੀਜ਼ ਦੀ ਮਾਫੀ ਦੇਣਾ ਜੀ। ਸੋ ਇਹ ਸੀ ਅੱਜ ਦਾ ਪੋਡਕਾਸਟ। ਉਮੀਦ ਆ ਤੁਹਾਨੂੰ ਅੱਜ ਬਹੁਤ ਹੀ ਪਸੰਦ ਆਏਗਾ, ਤੇ ਮੈਂ ਜਾਣ ਤੋਂ ਪਹਿਲਾਂ ਮਹਿਕ ਹੋਣਾ ਦਾ ਬਹੁਤ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਇਸ ਡਿਸਕਸ਼ਨ ਨੂੰ ਮਤਲਬ ਜੁਆਇਨ ਕੀਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਦਰਸ਼ਕਾਂ ਦੇ ਨਾਲ। ਸੋ ਮੈਂ ਮਹਿਕ ਹੋਣਾ ਦਾ ਧੰਨਵਾਦ ਕਰਾਂਗੇ ਜੀ। ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਜੀ ਮੇਰੇ ਵੱਲੋਂ ਵੀ ਬਹੁਤ ਧੰਨਵਾਦ, ਅਤੇ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ।
ਜੇਕਰ ਤੁਸੀਂ ਇਦਾਂ ਦੀਆਂ ਪੋਡਕਾਸਟ ਜਾਂ ਰਿਲੇਟਡ ਕੋਈ ਹੋਰ ਵੀ ਟੌਪਿਕ ਤੇ ਜੋ ਵੀ ਅੱਜ ਕੱਲ੍ਹ ਜੋ ਚੱਲਦੇ ਨੇ ਤਾਂ ਉਹਨਾਂ ਦੇ ਫੈਕਟ ਰਿਲੇਟਡ ਜਾਣਕਾਰੀ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਵਿਕਰਮਜੀਤ ਸੰਧੂ ਜੀ ਦਾ ਚੈਨਲ ਜਿਹੜਾ ਸਬਸਕ੍ਰਾਈਬ ਕਰੋ। ਤੇ ਆਸ ਕਰਦੇ ਹਾਂ ਜੇ ਤੁਹਾਨੂੰ ਅੱਜ ਦੀ ਜਿਹੜੀ ਪੋਡਕਾਸਟ ਪਸੰਦ ਆਈ ਹੋਊਗੀ, ਜੇਕਰ ਤੁਹਾਨੂੰ ਪਸੰਦ ਆਈ ਤਾਂ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਸਾਥੋਂ ਕੋਈ ਜਿਵੇਂ ਭਾਜੀ ਨੇ ਦੱਸਿਆ ਕਿ ਗਲਤੀ ਹੋ ਗਈ ਹੋਵੇ ਤਾਂ ਅਸੀਂ ਉਸ ਲਈ ਖਿਮਾ ਦੇ ਜਾਚਕ ਹੋਵਾਂਗੇ। ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਭਾਜੀ ਹੋਣਾ ਦਾ ਕਿ ਉਹਨਾਂ ਨੇ ਸਾਨੂੰ ਜਿਹੜਾ ਮੌਕਾ ਦਿੱਤਾ ਇਸ ਰਿਲੇਟਡ। ਸੋ ਇਸੇ ਦੇ ਨਾਲ ਮੈਂ ਰੈਪ ਕਰਨਾ ਚਾਹਾਂਗਾ ਇਸ ਪੋਡਕਾਸਟ ਦਾ। ਡਿਸਕ੍ਰਿਪਸ਼ਨ ਦੇ ਵਿੱਚ ਮੈਂ ਮਹਿਕਦੀਪ ਹੋਣਾ ਜੀ ਦਾ ਵੀ ਚੈਨਲ ਦਾ ਜਿਹੜਾ ਲਿੰਕ ਹੈਗਾ ਉਹ ਪਾ ਦੇਵਾਂਗਾ, ਤੇ ਨਾਲ ਮੈਂ ਆਪਣੇ ਇੰਸਟਾਗ੍ਰਾਮ ਦਾ ਵੀ ਇੱਕ ਲਿੰਕ ਪਾ ਦਾਂਗਾ, ਕਿਉਂਕਿ ਆਪਾਂ ਇੱਕ ਜਲਦੀ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ Q&A ਦੀ। ਮੈਨੂੰ ਆਲਰੇਡੀ ਬਹੁਤ ਸਾਰੇ ਕੁਐਸਚਨਸ ਆ ਰਹੇ ਨੇ ਇੰਸਟਾਗ੍ਰਾਮ ਤੇ, ਜਿਨ੍ਹਾਂ ਦੇ ਲੋਕ ਕਹਿ ਰਹੇ ਨੇ ਕਿ ਤੁਸੀਂ ਆਪਣੇ ਵੇ ਨਾਲ ਆਨਸਰ ਦਿਓ। ਸੋ ਅਗਰ ਤੁਹਾਡੇ ਵੀ ਕੋਈ ਇਹੋ ਜਿਹੇ ਕੁਐਸਚਨਸ ਨੇ ਤੇ ਤੁਸੀਂ ਮੇਰੇ ਇੰਸਟਾਗ੍ਰਾਮ ਤੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ, ਪਰਸਨਲੀ ਮੈਸੇਜ ਕਰ ਸਕਦੇ ਹੋ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡਾ ਨਾਮ ਲਵਾਂ ਜਾਂ ਨਾ ਲਵਾਂ, ਤੁਸੀਂ ਸਾਰਾ ਕੁਝ ਉੱਥੇ ਦੱਸ ਸਕਦੇ ਹੋ। ਸੋ ਇਸੇ ਮੰਥ ਦੇ ਐਂਡ ਤੱਕ ਸ਼ਾਇਦ ਉਹ Q&A ਸੈਸ਼ਨ ਵੀ ਆਏਗਾ। ਸੋ ਇੱਥੇ ਮੈਂ ਕਰਦਾ ਹਾਂ ਪੋਡਕਾਸਟ ਦਾ ਰੈਪ। ਸੋ ਮਿਲਦੇ ਹਾਂ ਜੀ ਅਗਲੇ ਪੋਡਕਾਸਟ ਦੇ ਨਾਲ। ਧੰਨਵਾਦ।